ਵਾਹਿਗੁਰੂ 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 ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਹਮ ਬਾਂਧੇ ਮੋਹ ਫਾਸ, ਹਮ ਪ੍ਰੇਮ ਬਦਨ ਤੁਮ ਬਾਧੇ। ਆਪਣੇ ਛੂਟਨ ਕੋ ਜਤਨ ਕਰਹੁ, ਹਮ ਛੂਟੇ ਤੁਮ ਆਰਾਧੇ। ਜੋ ਹਮ ਬਾਂਧੇ ਮੋਹ ਫਾਸ, ਹਮ ਪ੍ਰੇਮ ਬਦਨ ਤੁਮ ਬਾਧੇ। ਆਪਣੇ ਛੂਟਨ ਕੋ ਜਤਨ ਕਰਹੁ, ਹਮ ਛੂਟੇ ਤੁਮ ਆਰਾਧੇ। ਮਾਧਵੀ ਜਾਨਤ ਹਹੁ ਜੈਸੀ ਤੈਸੀ, ਆਪ ਕਹਾ ਕਰਹੁਗੇ ਐਸੀ। ਰਹਾਉ ਮੀਨ ਪਕਰ ਫਾਂਕਿਓ ਅਰ ਕਾਟਿਓ, ਰਾਂਦ ਕੀਓ ਬਹੁ ਬਾਨੀ। ਖੰਡ ਖੰਡ ਕਰ ਭੋਜਨ ਕੀਨੋ, ਤਉ ਨਾ ਬਿਸਰਿਓ ਪਾਨੀ। ਆਪਨ ਬਾਪਾ ਨਾਹੀ ਕਿਸੀ ਕੋ, ਭਾਵਨ ਕੋ ਹਰ ਰਾਜਾ। ਮੋਹ ਪਟਲ ਸਭ ਜਗਤ ਵਿਆਪਿਓ, ਭਗਤ ਨਹੀਂ ਸੰਤਾਪਾ। ਕਹੇ ਰਵਿਦਾਸ ਭਗਤ ਇਕ ਬਾਢੀ, ਅਬ ਇਹ ਕਾਸਿਓ ਕਹੀਆ। ਜਾ ਕਾਰਨ ਹਮ ਤੁਮ ਆਰਾਧੇ, ਸੋ ਦੁਖ ਅਜਹੁ ਸਹੀਆ। ਕਹੇ ਰਵਿਦਾਸ ਭਗਤ ਇਕ ਬਾਢੀ, ਅਬ ਇਹ ਕਾਸਿਓ ਕਹੀਆ। ਜਾ ਕਾਰਨ ਹਮ ਤੁਮ ਆਰਾਧੇ, ਸੋ ਦੁਖ ਅਜਹੁ ਸਹੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਆਪ ਵੱਡਿਆਂ ਭਾਗਾਂ ਵਾਲੇ ਹੋ ਜੋ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਇਸ਼ਨਾਨ ਕਰਨ ਦੇ ਲਈ ਪਹੁੰਚੇ ਹੋ। ਅਕਾਲ ਪੁਰਖ ਦੇ 10 ਸਰਗੁਣ ਸਰੂਪ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਤੱਕ ਸਜਦਾ ਹੈ। ਪ੍ਰਭੂ ਦੇ ਸ਼ਬਦਾ ਅਵਤਾਰ
ਸਿੱਖ ਜਗਤ ਦੇ ਮੁਰਸ਼ਦ ਰਹਿਬਰ ਸਮੁੱਚੀ ਕਾਇਨਾਤ ਤੇ ਮਹਿਰਮਤ ਕਰਨ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਇਸ ਪਾਵਨ ਅਸਥਾਨ ਤੇ ਪ੍ਰਗਟ ਹੋ ਕਰਕੇ ਲੋਕਾਈ ਦੇ ਭਲੇ ਹਿੱਤ ਸ੍ਰੀ ਮੁਖਵਾਕ ਬਖਸ਼ਦੇ ਨੇ, ਜੋ ਆਪ ਸੰਗਤਾਂ ਨਿਤਾ ਪ੍ਰਤੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਤੋਂ ਵਿਚਾਰਾਂ ਦੇ ਰਾਹੀਂ ਸਰਵਣ ਕਰਦੇ ਹੋ। ਆਓ ਇਸ ਅਗੰਮੀ ਬਾਣੀ ਦੀ ਵਿਚਾਰ ਦੇ ਨਾਲ ਜੁੜ ਕਰਕੇ ਆਪਣੇ ਜੀਵਨ ਨੂੰ ਸਫਲਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਾਓ ਹਮ ਬਾਂਧੇ ਮੋਹ ਫਾਸ, ਹਮ ਪ੍ਰੇਮ ਬਦਨ ਤੁਮ ਬਾਧੇ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ 658 ਅੰਗ ਉੱਪਰ ਭਗਤ ਰਵਿਦਾਸ ਜੀ ਮਹਾਰਾਜ ਦਾ ਇਹ ਫੁਰਮਾਨ ਦਰਜ ਹੈ। ਰਾਗ ਸੋਰਠ ਦੇ ਵਿੱਚ ਪਰਮਾਤਮਾ ਦੇ ਪ੍ਰਤੀ ਜੋ ਉਹਨਾਂ ਦੇ ਅੰਦਰ ਭਾਵਨਾ ਹੈ, ਜਿਤਨਾ ਉਹਨਾਂ ਦੇ ਅੰਦਰ ਪ੍ਰੇਮ ਹੈ, ਜਿਨ੍ਹਾਂ ਮਹਾਂਪੁਰਸ਼ਾਂ ਭਗਤਾਂ ਸੰਤਾਂ ਦੇ ਅੰਦਰ ਪ੍ਰਭੂ ਦੇ ਪ੍ਰਤੀ ਮੋਹ ਹੈ, ਉਸ ਬਾਬਤ ਸਾਨੂੰ ਸਮਝਾਉਂਦੇ ਨੇ। ਉਹਨਾਂ ਦੇ ਗਲੂਏ ਮੁਬਾਰਕ ਦੇ ਇਹ ਬੋਲ ਨੇ, ਐ ਪਰਮੇਸ਼ਵਰ ਸਭ ਨੂੰ ਮੋਹਣ ਵਾਲੇ ਮਾਧਵ, ਮਾਇਆ ਦੇ ਪੱਤ ਐ ਅਕਾਲ ਪੁਰਖ। ਸਾਡੇ ਵਰਗੇ ਲੋਕ ਮੋਹ ਦੀ ਫਾਹੀ ਦੇ ਵੱਜੇ ਹੋਏ ਨੇ, ਮੋਹ ਦੇ ਵਿੱਚ ਜਕੜੇ ਹੋਏ ਨੇ। ਮੋਹ ਤੋਂ ਭਾਵ ਹੈ ਅਗਿਆਨ ਦੀ ਅਵਸਥਾ, ਜੋ ਸੱਤ ਦੀ ਜਗ੍ਹਾ ਅਸਤ ਦੇ ਨਾਲ ਸਾਡਾ ਪ੍ਰੇਮ ਹੈ, ਸਨੇਹ ਹੈ, ਮੁਹੱਬਤ ਹੈ। ਕਰਤੇ ਨੂੰ ਛੱਡ ਕੇ ਕ੍ਰਿਤ ਦੇ ਨਾਲ ਜੋ ਸਾਡਾ ਪਿਆਰ ਹੈ, ਉਸ ਨੂੰ ਮੋਹ ਕਹਿ ਦਿੰਦੇ ਨੇ। ਸੰਸਾਰ ਦੇ ਨਾਲ ਪਿਆਰ, ਉਹ ਸਾਡੀ ਬਿਰਤੀ ਜੋ ਪਰਮਾਤਮਾ ਵੱਲੋਂ ਸਾਜੀ ਨਿਵਾਜੀ ਦੁਨੀਆ ਦੇ ਨਾਲ ਸਾਨੂੰ ਜੋੜਦੀ ਹੈ। ਕ੍ਰਿਤ ਨੂੰ ਅਸੀਂ ਸੱਚ ਮੰਨਦੇ ਹਾਂ ਔਰ ਕਰਤੇ ਦੇ ਨਾਲ ਵੈਰਾਗ ਪ੍ਰੇਮ ਅਸੀਂ ਨਹੀਂ ਕਰ ਪਾਉਂਦੇ। ਸੋ ਇਸ ਮੋਹ ਦੀ ਰੱਸੀ ਦੇ ਨਾਲ, ਮੋਹ ਦੇ ਬੰਧਨ ਦੇ ਵਿੱਚ ਤਕਰੀਬਨ ਸਮੁੱਚੀ ਹੀ ਲੋਕਾਈ ਬੱਝੀ ਹੋਈ ਹੈ। ਭਗਤ ਰਵਿਦਾਸ ਜੀ ਕਹਿੰਦੇ ਨੇ, ਦੂਸਰਾ ਪੱਖ ਉਹਨਾਂ ਮਹਾਂਪੁਰਸ਼ਾਂ ਦਾ ਹੈ ਜਿਨ੍ਹਾਂ ਨੇ ਐ ਪਰਮੇਸ਼ਵਰ ਸਨੇਹ ਦੇ ਨਾਲ, ਪ੍ਰੇਮ ਦੀ ਰੱਸੀ ਦੇ ਨਾਲ ਤੈਨੂੰ ਬੰਨਿਆ ਹੋਇਆ ਹੈ। ਉਹ ਤੇਰੀ ਕਿਰਪਾ ਦੇ ਸਦਕਾ, ਤੇਰੇ ਨਾਮ ਜਪਣ ਦੇ ਕਾਰਨ ਮੋਹ ਦੀ ਰੱਸੀ ਨੂੰ ਕੱਟ ਚੁੱਕੇ ਨੇ ਔਰ ਤੈਨੂੰ ਪ੍ਰੇਮ ਦੇ ਬੰਧਨ ਵਿੱਚ ਉਹਨਾਂ ਨੇ ਬੰਨਿਆ ਹੋਇਆ ਹੈ। ਇਸ ਗੱਲ ਦਾ ਖਿਆਲ ਰੱਖਿਓ, ਪਰਮੇਸ਼ਵਰ ਦੇ ਨਾਮ ਤੋਂ ਬਿਨਾਂ ਮੋਹ ਮਿਟ ਨਹੀਂ ਸਕਦਾ। ਬਾਣੀ ਦਾ ਫਰਮਾਨ ਹੈ, ਤੁਧ ਆਪੈ ਜਗਤ ਉਪਾਏ ਕੈ, ਤੁਧ ਆਪੈ ਧੰਦਾ ਲਾਇਆ। ਮਹਾਰਾਜ ਕਹਿੰਦੇ, ਦੁਨੀਆ ਨੂੰ ਪ੍ਰਗਟ ਕਰਕੇ ਆਪ ਤੂੰ ਕਾਰ ਵਿਵਹਾਰ ਵਿੱਚ ਇਹਨਾਂ ਨੂੰ ਲਾਇਆ ਹੋਇਆ ਹੈ। ਮੋਹ ਠਗੌਲੀ ਪਾਏ ਕੈ, ਤੁਧ ਆਪਹੁ ਜਗਤ ਖੁਆਇਆ। ਔਰ ਆਪ ਹੀ ਸੰਸਾਰ ਦਾ, ਪਦਾਰਥਾਂ ਦਾ ਮੋਹ ਲਾ ਕਰਕੇ ਇਹਨਾਂ ਨੂੰ ਤੂੰ ਭੁਲਾਇਆ ਹੋਇਆ ਹੈ।
ਪਾਤਸ਼ਾਹ ਕਹਿੰਦੇ ਨੇ ਤਿਸਨਾ ਅੰਦਰ ਅਗਨ ਹੈ, ਨਹਿ ਤਿਪਤੈ ਭੁੱਖਾ ਤੇ ਹਾਇਆ, ਸਹਸਾ ਇਹੋ ਸੰਸਾਰ ਹੈ, ਮਰ ਜੰਮੈ ਆਇਆ ਜਾਇਆ। ਤ੍ਰਿਸ਼ਨਾ ਵਿੱਚ ਸਾਰੇ ਲੱਗੇ ਹੋਏ ਨੇ, ਭੁੱਖ ਮਿਟਦੀ ਨਹੀਂ ਹੈ। ਜੀਵਨ ਦੀ ਅਵਧ ਖਤਮ ਹੋਣ ਤੇ ਆ ਜਾਂਦੀ ਹੈ, ਇੱਛਾਵਾਂ ਰਹਿ ਜਾਂਦੀਆਂ ਨੇ, ਔਰ ਇੱਛਾ ਦੀ ਪੂਰਤੀ ਲਈ ਅਸੀਂ ਫਿਰ ਦੁਨੀਆ ਦੇ ਉੱਤੇ ਆ ਜਾਂਦੇ ਹਾਂ। ਇਉਂ ਸੰਸਾਰ ਦਾ ਮੋਹ ਸਾਨੂੰ ਜਨਮ ਤੇ ਮਰਨ ਦੇ ਗੇੜ ਵਿੱਚ ਰੱਖਦਾ ਹੈ। ਇਹ ਮੋਹ ਜੋ ਸੰਸਾਰ ਨਾਲ ਅਸੀਂ ਕਰਦੇ ਹਾਂ, ਔਰ ਉਸ ਮੋਹ ਦੇ ਵਿੱਚੋਂ ਇੱਛਾਵਾਂ ਪ੍ਰਗਟ ਹੁੰਦੀਆਂ ਨੇ, ਆਸਾ ਪ੍ਰਗਟ ਹੁੰਦੀ ਹੈ। ਸੁਪਨੇ ਕਿਸੇ ਦੇ ਵੀ ਸਭੇ ਸਾਕਾਰ ਨਹੀਂ ਹੁੰਦੇ। ਇੱਛਾ ਰਹਿ ਗਈ, ਮਰਨ ਦੇ ਸਮੇਂ ਗੁਰੂ ਸਾਹਿਬ ਕਹਿੰਦੇ ਨੇ ਉਸ ਇੱਛਾ ਦੇ ਕਾਰਨ ਹੀ ਫਿਰ ਤੇਰਾ ਆਗਾਜ਼ ਹੈ। ਸੰਸਾਰ ਨਾਲ ਮੋਹ ਸੀ, ਸੰਸਾਰ ਤੇ ਰਵੇਂਗਾ। ਖੁਦਾਇਆ ਨਾਲ ਮੋਹ ਕਰੇਂਗਾ, ਨਿਰੰਕਾਰ ਤਾਈਂ ਪਹੁੰਚ ਜਾਵੇਂਗਾ। ਸੋ ਆਵਾਗਮਨ ਵਿੱਚ ਬੰਦਾ ਪੈਂਦਾ ਹੈ। ਕਹਿੰਦੇ ਇਹਦਾ ਇੱਕ ਤਰੀਕਾ ਹੈ, ਜੇ ਨਿਜਾਤ ਚਾਹੁੰਦਾ ਹੈ, ਮੋਹ ਦੇ ਬੰਧਨ ਤੇਰੇ ਟੁੱਟ ਜਾਣ, ਪਰਮੇਸ਼ਵਰ ਦੇ ਨਾਲ ਪ੍ਰੇਮ ਪਾਉਣਾ ਕਰ। ਕਹਿੰਦੇ ਆਪ ਤਿਆਗ ਬਿਨਤੀ ਕਰ ਹੈ, ਲੇਹੋ ਪ੍ਰਭੂ ਲੜ ਲਾਏ, ਜਿਨੀ ਚਾਖਿਆ ਪ੍ਰੇਮ ਰਸ, ਸੇ ਤ੍ਰਿਪਤ ਰਹੇ ਆਕਾਏ। ਪਰਮਾਤਮਾ ਅੱਗੇ ਬੇਨਤੀ ਕਰੋ, ਤਰਲਾ ਲਓ, ਉਹਦਾ ਪ੍ਰੇਮ ਸਾਡੇ ਅੰਦਰ ਪ੍ਰਗਟ ਹੋਵੇ, ਕਿਉਂਕਿ ਜਿਨ੍ਹਾਂ ਨੂੰ ਉਹਦੇ ਪ੍ਰੇਮ ਦਾ ਰਸ ਆ ਜਾਂਦਾ ਹੈ, ਤ੍ਰਿਪਤ ਰਹੇ ਆਕਾਏ, ਉਹੀ ਸੰਸਾਰ ਵੱਲੋਂ ਰੱਜੇ ਨੇ। ਤ੍ਰਿਸ਼ਨਾ ਦੀ ਅੱਗ ਨਾਮ ਦੇ ਵਰਖਾ ਦੇ ਨਾਲ ਮਿਟ ਸਕਦੀ ਹੈ, ਹੋਰ ਕੋਈ ਤਰੀਕਾ ਨਹੀਂ ਹੈ। ਲੱਕੜਾਂ ਨਾਲ ਕਦੇ ਅੱਗ ਨਹੀਂ ਬੁਝਦੀ ਹੁੰਦੀ, ਪਦਾਰਥਾਂ ਨਾਲ ਕਦੇ ਇਹ ਅੱਗ ਨਹੀਂ ਬੁਝਦੀ। ਅੱਜ 100 ਚਾਹੁੰਦੇ ਆ, ਮਿਲ ਗਿਆ, ਕੱਲ ਨੂੰ 1000 ਦੀ ਮੰਗ ਉੱਠਦੀ ਹੈ। ਇੱਕ ਆਸਾ ਪੂਰੀ ਹੋਵੇ ਤੇ 100 ਆਸਾ ਨੂੰ ਜਨਮ ਦੇ ਦਿੰਦੀ ਹੈ। ਇਹ ਅੱਗ ਮਿਟਦੀ ਨਹੀਂ ਹੈ। ਇੱਕੋ ਹੀ ਤਰੀਕਾ ਹੈ, ਅਕਾਲ ਪੁਰਖ ਦੇ ਨਾਮ ਦੀ ਵਰਖਾ ਅੰਤਿਸ਼ ਕਰਨ ਤੇ ਹੁੰਦੀ ਰਵੇ, ਨਾਮ ਜਪਦੇ ਰਹੋ ਤੇ ਇਹ ਤ੍ਰਿਸ਼ਨਾ ਦੀ ਅੱਗ ਮਿਟਦੀ ਹੈ। ਔਰ ਜਿਨ੍ਹਾਂ ਨੂੰ ਨਾਮ ਰਸ ਆ ਗਿਆ, ਉਹਨਾਂ ਨੂੰ ਕਿਸੇ ਹੋਰ ਰਸ ਦਾ ਚਸਕਾ ਨਾ ਰਿਹਾ। ਸੋ ਮਹਾਰਾਜ ਕਹਿੰਦੇ ਨੇ ਪ੍ਰੇਮ ਰਸ ਤ੍ਰਿਸ਼ਨਾ ਨੂੰ ਮਿਟਾਉਂਦਾ ਹੈ, ਮੋਹ ਦੇ ਬੰਧਨਾਂ ਨੂੰ ਕੱਟਦਾ ਹੈ। ਬਾਣੀ ਦਾ ਫੁਰਮਾਨ ਹੈ, ਪ੍ਰੇਮ ਭਗਤ ਨਾਨਕ ਗੁਣ ਗਾਓ, ਮੁਕਤ ਭੁਗਤ ਜੁਗਤ ਹਰ ਨਾਓ। ਜਿਹੜਾ ਪ੍ਰੇਮ ਦੇ ਸਹਿਤ ਪਰਮੇਸ਼ਵਰ ਦੀ ਭਗਤੀ ਕਰਦਾ ਹੈ, ਉਸ ਨੂੰ ਰੋਗਾਂ ਸੋਗਾਂ ਤੋਂ, ਮੋਹ ਤੋਂ, 84 ਲੱਖ ਜੂਨ ਤੋਂ ਮੁਕਤ ਮਿਲ ਗਈ। ਭੁਗਤ ਤੋਂ ਭਾਵ ਹੈ ਸਭੇ ਪਦਾਰਥ ਮਿਲ ਗਏ। ਜੁਗਤ ਤੋਂ ਭਾਵ ਹੈ ਇਹ ਜਾਂਚ ਆ ਗਈ ਵੀ ਮਨੁੱਖੇ ਜਾਮੇ ਨੂੰ ਕਿਵੇਂ ਬਤੀਤ ਕਰਨਾ ਹੈ ਤੇ ਸਫਲਿਆਂ ਕਰਨਾ ਹੈ। ਸੋ ਪ੍ਰੇਮ ਦਾ ਹੀ ਇੱਕ ਰਸਤਾ ਹੈ ਜਿਹਦੇ ਨਾਲ ਪਰਮੇਸ਼ਵਰ ਦੀ ਪ੍ਰਾਪਤੀ ਹੈ। ਸਾਚ ਕਹੋ ਸੁਨ ਲਿਹੋ, ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ। ਗੁਰੂ ਗ੍ਰੰਥ ਸਾਹਿਬ ਵੀ ਕਹਿੰਦੇ ਨੇ, ਸਭ ਕੋ ਤੇਰਾ ਵਸ ਅਗਮ ਅਗੋਚਰਾ, ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ। ਐ ਪਰਮਾਤਮਾ ਪ੍ਰੇਮ ਨਾਲ ਤੂੰ ਮਿਲਦਾ ਏ। ਦੁਨੀਆ ਸਾਰੀ ਤੇਰੇ ਹੁਕਮ ਵਿੱਚ ਹੈ, ਤੇਰੇ ਵਸ ਹੈ, ਪਰ ਤੂੰ ਉਹਨਾਂ ਦੇ ਵਸ ਹੈ ਜਿਹੜੇ ਤੇਰੇ ਨਾਲ ਪ੍ਰੇਮ ਕਰਦੇ ਨੇ। ਉਹੀ ਮੁਕਤ ਨੇ, ਉਹਨਾਂ ਨੂੰ ਹੀ ਜੁਗਤੀ ਆਈ ਸੰਸਾਰ ਤੋਂ ਤਰਨ ਦੀ, ਉਹਨਾਂ ਹੀ ਪਦਾਰਥਾਂ ਦੀ ਪ੍ਰਾਪਤੀ ਕੀਤੀ। ਮਨ ਦੀਆਂ ਝੋਲੀਆਂ ਨਾਮ ਨਾਲ, ਤਨ ਦੀਆਂ ਝੋਲੀਆਂ ਪਦਾਰਥਾਂ ਨਾਲ ਉਹਨਾਂ ਦੀਆਂ ਭਰੀਆਂ, ਜਿਹੜੇ ਤੇਰੇ ਨਾਲ ਪ੍ਰੇਮ ਕਰਦੇ ਨੇ। ਸੋ ਐ ਪਾਤਸ਼ਾਹ, ਦੁਨੀਆ ਮੋਹ ਦੀ ਰੱਸੀ ਵਿੱਚ ਬੱਝੀ ਹੈ, ਤੂੰ ਮਹਾਂਪੁਰਸ਼ਾਂ ਵੱਲੋਂ ਪ੍ਰੇਮ ਦੀ ਰੱਸੀ ਵਿੱਚ ਬੱਝ ਚੁੱਕਾ ਹੈ। ਆਪਣੇ ਛੂਟਨ ਕੋ ਯਤਨ ਕਰਹੁ, ਹਮ ਛੂਟੇ ਤੁਮ ਆਰਾਧੇ। ਭਗਤ ਜੀ ਕਹਿੰਦੇ, ਅਸੀਂ ਮੋਹ ਦੀ ਤੰਦ ਨੂੰ ਨਾਮ ਖੜਗ ਨਾਲ ਕੱਟ ਦਿੱਤਾ। ਅਸੀਂ ਮੋਹ ਦੇ ਫਾਹੇ ਨੂੰ ਤੇਰੇ ਨਾਮ ਦੇ ਨਾਲ ਕੱਟ ਦਿੱਤਾ ਹੈ। ਹੁਣ ਤੂੰ ਯਤਨ ਕਰ ਵੀ, ਜੋ ਅਸੀਂ ਤੈਨੂੰ ਪ੍ਰੇਮ ਦਾ ਬੰਧਨ ਪਾਇਆ ਹੈ ਨਾ, ਰੱਸੀ ਪਾਈ ਹੋਈ ਹੈ, ਤੂੰ ਛੁੱਟ ਕੇ ਦਿਖਾ। ਭਾਵ ਤੂੰ ਛੁੱਟ ਨਹੀਂ ਸਕਦਾ। ਭਗਤ
ਮੋਹ ਦੀ ਰੱਸੀ ਨੂੰ ਕੱਟ ਸਕਦੇ ਨੇ ਤੇਰੇ ਨਾਮ ਦੇ ਆਸਰੇ। ਛੁਟਕਾਰਾ ਹੋ ਸਕਦਾ ਹੈ ਮੋਹ ਦੀ ਫਾਹੀ ਤੋਂ ਤੇਰੇ ਨਾਮ ਦੀ ਬਰਕਤ ਨਾਲ, ਅਜ਼ਮਤ ਨਾਲ। ਪਰ ਪ੍ਰਮਾਤਮਾ ਤੂੰ ਮਹਾਪੁਰਸ਼ਾਂ ਵੱਲੋਂ ਪ੍ਰੇਮ ਦੀ ਰੱਸੀ ਵਿੱਚ ਐਸਾ ਵੱਜ ਗਿਆ ਹੈ, ਤੂੰ ਯਤਨ ਵੀ ਕਰੇ ਤੇ ਕਹਿੰਦੇ ਛੁੱਟ ਨਹੀਂ ਸਕਦਾ। ਭਾਵ ਤੂੰ ਛੁੱਟਣਾ ਹੀ ਨਹੀਂ ਚਾਹੁੰਦਾ, ਤੂੰ ਭੁੱਖਾ ਹੀ ਪ੍ਰੇਮ ਦਾ ਹੈ। ਸੋ ਇੱਥੇ ਆਪਣੇ ਪ੍ਰੇਮ ਦੀ ਭਾਵਨਾ ਪ੍ਰਗਟ ਕਰਦੇ ਨੇ ਜੋ ਮਹਾਪੁਰਸ਼ਾਂ ਦੇ ਜ਼ਿਹਨ ਦੇ ਅੰਦਰ ਹੋਇਆ ਕਰਦੀ ਹੈ। ਸੋ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਰਾਹੀਂ ਭਗਤ ਜਨ ਸਾਨੂੰ ਇਹੀ ਸਮਝਾਉਂਦੇ ਨੇ, ਲੋਕਾਈ ਖਸਮ ਦੇ ਹੁਕਮ ਵਿੱਚ ਹੈ, ਪ੍ਰੇਮ ਕਰੋਗੇ ਤੇ ਪ੍ਰਮਾਤਮਾ ਤੁਹਾਡੇ ਬਚਨ ਨੂੰ ਅਮਲੀ ਜਾਮਾ ਪਹਿਨਾ ਦੇਵੇਗਾ। ਤੁਹਾਡੇ ਬਚਨ ਦੇ ਅਨੁਸਾਰ ਪਰਮਾਤਮਾ ਵੀ ਚੱਲਣ ਲੱਗ ਪਵੇਗਾ। ਜਿਹੜੇ ਯਾਰ ਬਣ ਜਾਂਦੇ ਨੇ ਉਹ ਕਹਿਆ ਮੰਨਣ ਲੱਗ ਪੈਂਦੇ ਨੇ। ਜਿਵੇਂ ਬਾਬੇ ਧੰਨੇ ਦਾ ਯਾਰ ਬਣ ਗਿਆ ਰੱਬ, ਤੇ ਬਾਬਾ ਧੰਨਾ ਕਹਿੰਦਾ ਯਾਰ ਕਰਨ ਲੱਗਾ ਹੀ ਆਰਾਮ, ਤੇ ਤੂੰ ਮੇਰੇ ਡੰਗਰ ਹੀ ਚਾਰ ਦੇ। ਇਹ ਆ ਪ੍ਰੇਮ ਦੀ ਬਾਤ। ਕਿੱਥੇ ਲੋਕਾਈ ਪੂਜਦੀ ਹੈ ਤੇ ਕਿੱਥੇ ਬਾਬਾ ਧੰਨਾ ਜੀ ਨੇ ਕਾਰੇ ਲਾ ਲਿਆ ਖੁਦਾਇਆ ਨੂੰ, ਪਰਮੇਸ਼ਵਰ ਨੂੰ। ਸੋ ਇਸ ਗੱਲ ਨੂੰ ਸਮਝਿਓ, ਭਗਤ ਕਹਿੰਦੇ ਨੇ ਪਰਮਾਤਮਾ ਦਾ ਬੱਜਾ ਹੈ ਔਰ ਹਰ ਕਰਮ ਉਹ ਕਰੇਗਾ ਜੋ ਵੀ ਭਗਤ ਸੰਤ ਉਸ ਨੂੰ ਕਹਿ ਦਿੰਦੇ ਨੇ। ਕਾਮ ਕ੍ਰੋਧ ਅਹੰਕਾਰ ਵਿਗੂਤੇ, ਹਰ ਸਿਮਰਨ ਕਰ ਹਰ ਜਨ ਛੂਟੇ। ਲੋਕਾਈ ਬੱਝੀ ਹੈ ਵਿਕਾਰਾਂ ਦੇ ਬੰਧਨ ਵਿੱਚ, ਹਰੀ ਦੇ ਜਨ ਪਰਮਾਤਮਾ ਦੇ ਗੀਤ ਗਾ ਕੇ ਬੰਦ ਖਲਾਸੀ ਪਾ ਲੈਂਦੇ ਨੇ। ਸੋ ਐਸੇ ਮਹਾਪੁਰਸ਼ ਜਿਨ੍ਹਾਂ ਨੇ ਖਲਾਸ ਹੋਣਾ ਕੀਤਾ, ਵਿਕਾਰਾਂ ਤੋਂ ਉਪਰਾਮ ਹੋਣਾ ਕੀਤਾ ਹੈ, ਪਰਮਾਤਮਾ ਦੇ ਗੀਤ ਗਾਏ ਨੇ, ਪਰਮਾਤਮਾ ਨਾਲ ਪ੍ਰੇਮ ਕੀਤਾ ਹੈ। ਇਸ ਪ੍ਰੇਮ ਦੇ ਬੰਧਨ ਤੋਂ ਪਰਮਾਤਮਾ ਕਦੇ ਵੀ ਆਪਣੇ ਆਪ ਨੂੰ ਛੁਡਵਾ ਨਹੀਂ ਸਕਦਾ, ਦੂਰ ਨਹੀਂ ਕਰਦਾ, ਸਾਧੂਆਂ ਦੇ ਅੰਗ ਸੰਗ ਰਹਿੰਦਾ ਹੈ। ਮਾਧਵੀ ਜਾਨਤ ਹਹੋ ਜੈਸੀ ਤੈਸੀ। ਮਾਧਵੇ, ਮਾਂ ਦਾ ਭਾਵ ਹੈ ਮਾਇਆ, ਅੱਗੇ ਲਫ਼ਜ਼ ਹੈ ਧਵ, ਪਤੀ ਨੂੰ ਕਹਿੰਦੇ ਨੇ। ਮਾਇਆ ਦਾ ਪਤੀ ਜੋ ਪਰਮਾਤਮਾ ਹੈ, ਲੋਕਾਈ ਦਾ ਜੋ ਮਾਲਕ ਹੈ। ਵੈਸੇ ਮਧੁ ਨਾਮਕ ਯਦੁਵੰਸ਼ੀ ਰਾਜਾ ਦੀ ਕੁਲ ਵਿੱਚ ਪੈਦਾ ਹੋਣ ਕਰਕੇ ਕ੍ਰਿਸ਼ਨ ਦੇਵ ਜੀ ਨੂੰ ਵੀ ਮਾਧਵ ਕਹਿ ਦਿੰਦੇ ਨੇ ਲੋਕ। ਖੈਰ ਇੱਥੇ ਮਾਧਵੇ ਤੋਂ ਭਾਵ ਹੈ ਜੋ ਅਕਾਲ ਪੁਰਖ ਹੈ, ਜੋ ਖੁਦਾਇਆ ਹੈ, ਕੁਲ ਕਾਇਨਾਤ ਦਾ ਮਾਲਕ ਹੈ, ਜਿਹਨੂੰ ਮਹਾਰਾਜ ਕਹਿੰਦੇ ਨੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਐ ਮਾਧਵ, ਇਹ ਜਿਹੜਾ ਤੇਰਾ ਤੇ ਮੇਰਾ ਪ੍ਰੇਮ ਹੈ, ਇਹਦੇ ਬਾਬਤ ਤੂੰ ਚੰਗੀ ਤਰ੍ਹਾਂ ਜਾਣਦਾ ਹੈ। ਲੋਕ ਚਾਹੇ ਇਸ ਰਿਸ਼ਤੇ ਨੂੰ ਨਾ ਸਮਝਣ, ਪਰ ਤੂੰ ਐ ਪਰਮੇਸ਼ਵਰ ਸਮਝਦਾ ਹੈ ਵੀ ਤੇਰੇ ਲਈ ਮੇਰੇ ਅੰਦਰ ਕਿਤਨਾ ਪ੍ਰੇਮ ਹੈ। ਅਬ ਕਹਾ ਕਰੋਗੇ ਐਸੀ। ਪਰ ਇਹ ਗੱਲ ਹੈ ਮਹਾਰਾਜ, ਮੇਰੇ ਜੋ ਅੰਦਰ ਹੈ ਉਹ ਤੇ ਤੂੰ ਜਾਣਦਾ ਹੈ। ਅੰਤਰ ਕੀ ਬਿਦ ਤੁਮ ਹੀ ਜਾਨੀ, ਤੁਮ ਹੀ ਸਜਣ ਸੁਹੇਲੇ, ਤੂੰ ਸੱਜਣ ਹੈ, ਅੰਦਰ ਦੀ ਬਾਤ ਨੂੰ ਸਮਝਦਾ ਹੈ। ਸਰਬ ਸੁਖਾ ਮੈਂ ਤੁਝ ਤੇ ਪਾਏ, ਮੇਰੇ ਠਾਕੁਰ ਅਗਹ ਅਤੋਲੇ। ਹੈ ਅਤੋਲ ਪਰਮੇਸ਼ਵਰ ਮੇਰੇ ਸੱਜਣ, ਹੈ ਲੋਕਾਈ ਦੇ ਪੱਤ। ਤੂੰ ਮੇਰੇ ਅੰਦਰ ਜੋ ਤੇਰੇ ਪ੍ਰਤੀ ਭਾਵਨਾ ਹੈ ਉਸ ਬਾਬਤ ਜਾਣਦਾ ਹੈ, ਔਰ ਤੂੰ ਇਸੇ ਕਰਕੇ ਹੀ ਮੈਨੂੰ ਮਾਇਆ ਤੋਂ ਬਚਾ ਕੇ ਰੱਖਦਾ ਹੈ। ਅਬ ਕਹਾ ਕਰੋਗੇ ਐਸੀ, ਤੂੰ ਮੈਨੂੰ ਮਾਇਆ ਦੇ ਫੰਦਿਆਂ ਤੋਂ ਬਚਾ ਕੇ ਰੱਖਿਆ ਹੈ। ਭਾਵ ਐ ਪਰਮੇਸ਼ਵਰ, ਤੇਰੇ ਪ੍ਰੇਮ ਦਾ ਜਿਹੜਾ ਬੰਧਨ ਹੈ ਨਾ, ਇਹ ਮੈਨੂੰ ਹੋਰ ਕੋਈ ਬੰਧਨ ਪੈਣ ਹੀ ਨਹੀਂ ਦਿੰਦਾ। ਮੇਰੇ ਮਨ ਦਾ ਭਾਂਡਾ ਤੇਰੇ ਪ੍ਰੇਮ ਰਸ ਨਾਲ ਭਰਿਆ ਹੈ। ਇੱਥੇ ਕੋਈ ਦੁਨਿਆਵੀ ਰਸ ਟਿਕ ਜਾਵੇ, ਮਾਇਆ ਦਾ ਰਸ ਟਿਕ ਜਾਵੇ, ਮਹਾਰਾਜ ਇਹ ਹੋ ਨਹੀਂ ਸਕਦਾ। ਸੋ ਤੁਹਾਡੀ ਤੇ ਸਾਡੀ ਜਿਹੜੀ ਪ੍ਰੀਤੀ ਹੈ ਇਹ ਬੜੀ ਪੱਕੀ ਹੈ, ਇਹ ਬੜੀ ਗੂੜੀ ਹੈ। ਰਹਾਉ ਮੀਨ ਪਕਰੂ ਫਾਕਿਓ ਅਰ ਕਾਟਿਓ, ਰਾਂਦ ਕੀਓ ਬਹੁ ਬਾਨੀ। ਜੇ ਕੋਈ ਪੁੱਛੇ ਵੀ ਕਿੰਨਾ ਕੁ ਪਿਆਰ ਹੈ ਤੈਨੂੰ ਪਰਮਾਤਮਾ ਦੇ ਨਾਲ, ਤੇ ਭਗਤ ਜੀ ਇੱਥੇ ਉਦਾਹਰਣ ਦਿੰਦੇ ਨੇ।
ਭਗਤ ਇੱਥੇ ਇਹ ਗੱਲ ਸਾਨੂੰ ਸਮਝਾਉਂਦੇ ਨੇ, ਜਿਹੜੀ ਮੱਛੀ ਹੈ ਨਾ, ਮੀਨ ਹੈ, ਉਹਦੇ ਅੰਦਰ ਜਲ ਦੀ, ਪਾਣੀ ਦੀ ਬੜੀ ਪ੍ਰੀਤੀ ਹੈ। ਮਛੁਆਰਾ ਕੀ ਕਰਦਾ ਹੈ? ਮੀਨ ਪਕੜ, ਫਾਂਕਿਓ ਅਰ ਕਾਟਿਓ। ਉਹਨੇ ਜਾਲ ਸੁੱਟਿਆ, ਕੰਡਾ ਲਾਇਆ ਤੇ ਮੱਛੀ ਪਕੜ ਲਈ। ਜਿਹੜਾ ਫਾਂਕਿਓ ਲਫ਼ਜ਼ ਹੈ ਨਾ, ਜੇ ਭਾਸ਼ਾ ਦਾ ਗਿਆਨ ਹੋਵੇ ਤੇ ਬੜੇ ਇਹ ਅਰਥ ਰੱਖਦਾ ਹੈ। ਤੁਰਕੀ ਦੇ ਵਿੱਚ ਫਾਂਕ ਦਾ ਮਤਲਬ ਹੁੰਦਾ ਹੈ ਤੀਰ ਦੀ ਮੁਖੀ, ਤਿੱਖਾ ਕੰਡਾ। ਹੁਣ ਇੱਥੇ ਫਾਂਕਿਓ ਦਾ ਭਾਵ ਇਹ ਵੀ ਲੈ ਸਕਦੇ ਹੋ, ਜੇ ਤੁਰਕੀ ਵਿੱਚ ਅਰਥ ਕਰੋ ਵੀ ਕੰਡਾ ਲਾ ਕੇ ਮੱਛੀ ਨੂੰ ਪਕੜ ਲਿਆ। ਜੇ ਤੁਸੀਂ ਸੰਸਕ੍ਰਿਤ ਵਿੱਚ ਆ ਜਾਓ ਤੇ ਇੱਥੇ ਜਿਹੜਾ ਫਾਂਕਿਓ ਦਾ ਭਾਵ ਹੈ, ਭਾਵ ਹੁੰਦਾ ਪਕੜ ਲੈਣਾ। ਜੇ ਤੁਸੀਂ ਇੱਧਰ ਚਲੇ ਜਾਓ ਅਰਬੀ ਦੇ ਵਿੱਚ, ਤੇ ਉੱਥੇ ਫਾਂਕਾ ਦਾ ਭਾਵ ਹੁੰਦਾ ਹੈ ਉਪਹਾਸ ਕਰਨਾ, ਭੁੱਖੇ ਰਹਿਣਾ ਬਿਨਾਂ ਭੋਜਨ ਤੋਂ। ਸੋ ਇਹਦੇ ਹਰ ਭਾਸ਼ਾ ਦੇ ਵਿੱਚ ਵੱਖੋ ਵੱਖ ਅਰਥ ਨੇ। ਇੱਥੇ ਭਾਵ ਲਿਓ ਕੰਡਾ ਲਾਇਆ ਤੇ ਮੱਛੀ ਫੜ ਲਈ, ਮਛੁਆਰੇ ਨੇ ਪਕੜ ਲਈ। ਔਰ ਫਾਂਕਿਓ ਦਾ ਇਹ ਵੀ ਪੱਖ ਹੈ, ਛੋਟੇ ਛੋਟੇ ਟੁਕੜੇ ਕਰ ਲਏ, ਖੰਡ ਖੰਡ ਕਰ ਲਿਆ ਉਸਨੂੰ। ਤੇ ਭਗਤ ਜਨ ਕਹਿੰਦੇ ਨੇ ਜਦੋਂ ਮਛਲੀ ਨੂੰ ਪਕੜਿਆ, ਟੁਕੜੇ ਟੁਕੜੇ ਕਰ ਦਿੱਤਾ, ਫਿਰ ਉਸਨੂੰ ਤਰ੍ਹਾਂ ਤਰ੍ਹਾਂ ਦੇ ਮਸਾਲੇ ਪਾ ਕੇ ਭੁੰਨਣਾ ਕੀਤਾ ਹੈ, ਰਾਂਦ ਕੀਤਾ ਹੈ, ਰਿੰਨਿਆ ਹੈ। ਇਉਂ ਰਿੰਨ ਕਰਕੇ ਅੱਗੇ ਭਗਤ ਜੀ ਕਹਿੰਦੇ ਹਨ, ਖੰਡ ਖੰਡ ਕਰ ਭੋਜਨ ਕੀਨੋ, ਤਉ ਨਾ ਬਿਸਰਿਓ ਪਾਨੀ। ਖੰਡ ਟੁਕੜੇ ਨੂੰ ਕਿਹਾ ਜਾਂਦਾ ਹੈ। ਜਿਵੇਂ ਆਪਾਂ ਕਹਿ ਦਿੰਦੇ ਨਾ, ਇੱਥੇ ਕਈ ਖੰਡ ਨੇ, ਕਈ ਇੱਥੇ ਟੁਕੜੇ ਨੇ ਬ੍ਰਹਿਮੰਡ ਦੇ ਅੰਦਰ, ਕਈ ਦੇਸ਼ ਨੇ, ਪ੍ਰਦੇਸ਼ ਨੇ, ਕਈ ਲੋਕ ਨੇ, ਪਰਲੋਕ ਨੇ। ਖੰਡ ਖੜਗ ਨੂੰ ਵੀ ਕਹਿ ਦਿੱਤਾ ਜਾਂਦਾ, ਜੋ ਟੁਕੜੇ ਟੁਕੜੇ ਕਰਦੀ ਹੈ। ਕਹਿੰਦੇ ਮੱਛੀ ਦੇ ਟੁਕੜੇ ਟੁਕੜੇ ਕੀਤੇ ਔਰ ਉਹਦਾ ਭੋਜਨ ਕੀਤਾ ਗਿਆ। ਕਿਸੇ ਨੇ ਪਕੌੜੇ ਤਲ ਲਏ, ਕਿਸੇ ਨੇ ਮਸਾਲੇ ਪਾ ਕੇ ਭੁੰਨ ਲਿਆ, ਰਿੰਨ ਲਿਆ, ਛਕ ਲਿਆ। ਪਾਣੀ ਦੇ ਨਾਲ ਐਸਾ ਪ੍ਰੇਮ ਹੈ ਮਛਲੀ ਦਾ, ਭਗਤ ਜੀ ਕਹਿੰਦੇ ਨੇ ਮਾਸਾਹਾਰੀ ਦੇ ਪੇਟ ਵਿੱਚ ਚਲੇ ਗਏ ਉਹ ਟੁਕੜੇ। ਔਰ ਤੁਸੀਂ ਇਹ ਚੰਗੀ ਤਰ੍ਹਾਂ ਜਾਣਦੇ ਹੋ, ਜੋ ਮੱਛੀ ਛਕੇਗਾ, ਜੋ ਪਕੌੜੇ ਛਕੇਗਾ, ਉਹਨੂੰ ਪਿਆਸ ਬੜੀ ਲੱਗਦੀ ਹੈ। ਮਾਸ ਦਾ ਆਹਾਰ ਕਰਨ ਵਾਲੇ ਸਮਝਦੇ ਨੇ ਇਸ ਗੱਲ ਨੂੰ। ਭਗਤ ਜੀ ਕਹਿੰਦੇ ਨੇ ਜੀਵਨ ਦਾ ਆਧਾਰ ਪਾਣੀ ਸੀ, ਜਨਮ ਪਾਣੀ ਵਿੱਚ ਹੋਇਆ, ਜੀਵਨ ਬਤੀਤ ਪਾਣੀ ਵਿੱਚ ਕੀਤਾ। ਅੱਜ ਮੋਈ ਹੈ, ਖੰਡ ਖੰਡ ਹੋ ਕੇ ਮਾਸਾਹਾਰੀ ਦੇ ਪੇਟ ਵਿੱਚ ਚਲੇ ਗਈ ਹੈ। ਉੱਥੇ ਵੀ ਪਾਣੀ ਦਾ ਖਿਆਲ ਨਹੀਂ ਛੱਡਿਆ ਮਛਲੀ ਨੇ। ਜਿਹਦੇ ਪੇਟ ਵਿੱਚ ਭੋਜਨ ਬਣ ਕੇ ਗਈ, ਉਹਨੂੰ ਵੀ ਪਿਆਸ ਲਾ ਦਿੱਤੀ ਇਸਨੇ। ਉਹ ਵੀ ਵਾਰ-ਵਾਰ ਪਾਣੀ ਪੀਂਦਾ ਹੈ। ਕਹਿੰਦੇ ਐ ਅਕਾਲ ਪੁਰਖ, ਤੇਰੇ ਨਾਲ ਸਾਡੀ ਇਦਾਂ ਦੀ ਯਾਰੀ ਹੈ ਜਿਵੇਂ ਮੱਛੀ ਪਾਣੀ ਬਿਨਾ ਮਰਦੀ ਹੈ, ਤੇ ਕਹਿੰਦੇ ਯਾਰ ਤੇਰੇ ਨਾਮ ਬਿਨਾ, ਬਾਣੀ ਬਿਨਾ ਮਰਦੇ ਨੇ। ਐਸਾ ਤੇ ਹੈ ਤੇਰੇ ਨਾਲ। ਬਾਣੀ ਚਾਹੁੰਦਾ ਹੈ ਨਾ, ਜਿਉਂ ਜਲ ਥੋੜ੍ਹਾ ਮਛਲੀ ਕਰਨ ਪਲਾਵ ਕਰੇ। ਜੇ ਪਾਣੀ ਘਟੇ ਤੇ ਮੱਛੀ ਤੜਫਦੀ ਹੈ। ਮਹਾਰਾਜ ਕਹਿੰਦੇ ਨੇ ਰੇ ਮਨ, ਐਸੀ ਹਰਸ਼ੋਂ ਪ੍ਰੀਤ ਕਰ, ਜੈਸੀ ਮਛਲੀ ਨੀਰ। ਜਿਉਂ ਅਦਕੋ ਤਿਉਂ ਸੁਖ ਘਣੋ, ਮਨ ਤਨ ਸ਼ਾਂਤ ਸਰੀਰ। ਇਦਾਂ ਦਾ ਮੋਹ ਕਰ ਪਰਮਾਤਮਾ ਨੇ ਨਾਲ, ਜਿਵੇਂ ਮੱਛੀ ਕਰਦੀ ਹੈ। ਪਾਣੀ ਘਟੇ ਤੇ ਤੜਫਦੀ ਹੈ, ਵਰਖਾ ਹੋਵੇ ਪਾਣੀ ਵਧੇ ਤੇ ਪ੍ਰਫੁੱਲਤ ਹੋ ਉੱਠਦੀ ਹੈ। ਇਉਂ ਸਤਪੁਰਸ਼ਾਂ ਦਾ ਸੁਭਾਅ ਹੈ। ਜਿਵੇਂ ਮੱਛੀ ਪਾਣੀ ਦੇ ਸਹਿਤ ਹੋਵੇ, ਪਾਣੀ ਵਿੱਚ ਟੁੱਬੀਆਂ ਲਾਉਂਦੀ, ਅੰਤਰਾਤਮੇ ਸ਼ਾਂਤ ਰਹਿੰਦੀ ਹੈ। ਸਾਧੂ ਰੱਬ ਦੇ ਗੀਤ ਗਾ ਕੇ ਵਿਕਾਰਾਂ ਵੱਲੋਂ ਸ਼ਾਂਤ ਰਹਿੰਦੇ ਨੇ। ਐਸਾ ਪ੍ਰੇਮ ਹੈ ਪਰਮੇਸ਼ਵਰ ਦੇ ਨਾਲ, ਉਹਦੇ ਭਗਤਾਂ ਦਾ, ਜੈਸਾ ਮੱਛੀ ਦਾ ਪਾਣੀ ਨਾਲ ਪ੍ਰੇਮ ਹੈ। ਜਿਵੇਂ ਮੱਛੀ ਨੂੰ ਪਾਣੀ ਪਿਆਰਾ ਲੱਗਦਾ ਹੈ, ਮਿੱਠਾ ਲੱਗਦਾ ਹੈ,
ਆਨੰਦਿਤ ਕਰਦਾ ਹੈ। ਸਾਧੂਆਂ ਨੂੰ ਨਾਮ ਦਾ ਇਉਂ ਰਸ ਆਉਂਦਾ ਹੈ। ਭਾਈ ਨੰਦ ਲਾਲ ਜੀ ਦੀ ਇੱਕ ਗਜ਼ਲ ਹੈ, ਖੁਸ਼ ਨਵੇਂ ਆਇਦ ਮਰਾ ਗਾਹੇ ਬਗੈਰ ਅਜ਼ ਯਾਦ ਹਿੱਕ ਤਾ ਹਦੀਸੇ ਇਸ਼ਕ ਓ ਅੰਦਰ ਦਿਲਮ ਆਵਾ ਗਰਿਫਤ। ਪਰਸ਼ੀਅਨ ਵਿੱਚ ਉਹ ਮਹਾਪੁਰਸ਼ ਕਹਿੰਦੇ ਨੇ, ਐ ਪਰਮਾਤਮਾ, ਆਖਣ ਲੱਗੇ ਐ ਪਰਮੇਸ਼ਵਰ, ਤੇਰੇ ਨਾਮ ਦੇ ਰਸ ਨੇ ਸਾਡੇ ਅੰਦਰ ਐਸੀ ਜਗ੍ਹਾ ਬਣਾਈ ਹੈ, ਹੁਣ ਹੋਰ ਦੁਨਿਆਵੀ ਰਸ ਦੇ ਲਈ ਕੋਈ ਜਗ੍ਹਾ ਹੈ ਹੀ ਨਹੀਂ ਹੈ। ਮੈਨੂੰ ਤਦ ਤੋਂ ਕੋਈ ਚੀਜ਼ ਚੰਗੀ ਨਹੀਂ ਲੱਗਦੀ ਪਰਮੇਸ਼ਵਰ, ਜਦੋਂ ਦੀ ਤੇਰੀ ਕਥਾ ਨੇ ਮੇਰੇ ਅੰਦਰ ਜਗ੍ਹਾ ਬਣਾ ਲਈ ਹੈ। ਮੱਛੀ ਨੂੰ ਪਾਣੀ ਤੋਂ ਲਹਿਦਾ ਕੁਝ ਵੀ ਚੰਗਾ ਨਹੀਂ ਲੱਗਦਾ, ਸਾਧੂ ਨੂੰ, ਭਗਤ ਨੂੰ ਪਰਮੇਸ਼ਵਰ ਦੇ ਨਾਮ ਤੋਂ ਲਹਿਦਾ ਕੁਝ ਵੀ ਭਾਉਂਦਾ ਨਹੀਂ ਹੈ। ਆਪਨ ਬਾਪੈ ਨਾਹੀਂ ਕਿਸੀ ਕੋ, ਪਾਵਨ ਕੋ ਹਰ ਰਾਜਾ। ਭਗਤ ਜੀ ਕਹਿੰਦੇ ਨੇ, ਪਰਮਾਤਮਾ ਕਿਸੇ ਦੀ ਜੱਦੀ ਮਲਕੀਅਤ ਨਹੀਂ ਹੈ ਵੀ ਕੋਈ ਇਹ ਗੱਲ ਆਖੇ ਵੀ ਪਰਮਾਤਮਾ ਮੇਰੇ ਬਾਪ ਦੀ ਜਾਇਦਾਦ ਹੈ ਤੇ ਮੈਨੂੰ ਹੀ ਮਿਲੇਗੀ। ਇੱਕ ਗੱਲ ਦਾ ਖਿਆਲ ਰੱਖੀ, ਦੁਨਿਆਵੀ ਮਾਇਆ, ਦੌਲਤ, ਸ਼ੋਹਰਤ ਬਾਪੂ ਤੋਂ ਬਾਅਦ ਕਾਕੇ ਦੇ ਨਾਮ ਚੜ ਜਾਂਦੀ ਹੈ, ਪਰ ਇਹ ਅਧਿਆਤਮਕ ਮਾਰਗ, ਭਗਤੀ ਦਾ ਮਾਰਗ, ਇੱਥੇ ਆਪੋ ਆਪਣੀ ਕਮਾਈ ਹੀ ਕਰਨੀ ਪੈਂਦੀ ਹੈ। ਕਾਕਾ ਚੌਂਕੜਾ ਲਾਵੇਗਾ ਤੇ ਮੁਕਤ, ਬਾਪੂ ਚੌਂਕੜਾ ਲਾਵੇਗਾ ਤੇ ਮੁਕਤ। ਜੇ ਤੂੰ ਆਖੇ ਵੀ ਬਾਪੂ ਦਾ ਭਜਨ ਸਿਮਰਨ ਤੇਰੇ ਖਾਤੇ ਜਮ੍ਹਾਂ ਹੋ ਜਾਵੇ ਤੇ ਨਹੀਂ, ਇੱਥੇ ਖਾਤਾ ਤੈਨੂੰ ਆਪ ਹੀ ਖਿਲਾਉਣਾ ਪੈਣਾ ਹੈ। ਇਹ ਦੁਨਿਆਵੀ ਜਾਇਦਾਦ ਨਹੀਂ ਹੈ ਬਾਪੂ ਵਾਲੀ ਵੀ ਬਾਪੂ ਗਿਆ ਪਰਲੋਕ ਤੇ ਤੇਰੇ ਨਾਮ ਚੜ ਜਾਵੇਗਾ। ਖੁਦਾਇਆ ਦਾ ਜੋ ਸਿਮਰਨ ਹੈ, ਭਜਨ ਹੈ, ਬੰਦਗੀ ਹੈ। ਮਹਾਰਾਜ ਕਹਿੰਦੇ ਨਹੀਂ, ਇੱਥੇ ਆਪੋ ਆਪਣੀ ਮੁਸ਼ੱਕਤ ਘਾਲਣੀ ਪੈਂਦੀ ਹੈ, ਚੌਂਕੜੇ ਲਾਉਣੇ ਪੈਂਦੇ ਨੇ। ਐ ਪਰਮੇਸ਼ਵਰ, ਐ ਪਰਮਾਤਮਾ, ਐ ਖੁਦਾਇਆ, ਤੂੰ ਰਾਜਾ ਹੈ, ਹਰ ਹਰਿਆਂ ਭਰਿਆਂ ਕਰਨ ਵਾਲਾ ਹੈ, ਭਵਨ ਦਾ ਤੂੰ ਮਾਲਕ ਹੈ। ਤੂੰ ਉਹਦੀ ਜੱਦੀ ਜਾਇਦਾਦ ਬਣਦਾ ਹੈ ਜਿਹੜੇ ਤੇਰੇ ਪ੍ਰਤੀ ਭਾਵਨਾ ਰੱਖਦੇ ਨੇ, ਤੇਰੇ ਨਾਲ ਪ੍ਰੇਮ ਕਰਦੇ ਨੇ, ਉਹਨਾਂ ਦਾ ਤੂੰ ਆਸਰਾ ਬਣ ਜਾਣਾ ਹੈ, ਉਹਨਾਂ ਦੇ ਤੂੰ ਅੰਗ ਸੰਗ ਰਹਿੰਦਾ ਹੈ, ਉਹਨਾਂ ਦਾ ਤੂੰ ਸਾਥੀ ਬਣ ਜਾਣਾ ਹੈ, ਪਰਮਾਤਮਾ ਤੋਂ ਲਹਿਦਾ। ਬਾਕੀ ਜਿਤਨੇ ਵੀ ਰਾਜੇ ਨੇ ਸਦੀਵੀ ਨਹੀਂ, ਕਹੂ ਹਰ ਸਮਾਨ ਨਹੀਂ ਰਾਜਾ ਹੈ, ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। 4 ਦਿਨਾਂ ਦਾ ਡੰਕਾ ਹੈ, ਵਜਾ ਕੇ ਚਲੇ ਜਾਂਦੇ ਨੇ ਰਾਜੇ, ਸਦੀਵੀ ਤਖਤ ਨਹੀਂ ਹੈ ਉਹਨਾਂ ਦਾ। ਖੁਦਾਇਆ ਆਦ ਤੋਂ ਲੈ ਕੇ ਅੰਤ ਤੱਕ ਸਭਨਾਂ ਦਾ ਰਾਜਾ ਹੈ। ਜਿਵੇਂ ਕਲਗੀਧਰ ਪਾਤਸ਼ਾਹ ਕਹਿੰਦੇ ਨਾ, ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜਾ, ਐਸੋ ਰਾਜ ਛੋੜ ਔਰ ਦੂਜਾ ਕੌਣ ਧਿਆਈਐ। ਪਰਮਾਤਮਾ ਦਾ ਹੀ ਰਾਜ ਭਾਗ ਅਟਲ ਹੈ, ਉਹਦੇ ਗੀਤ ਗਾਉਣੇ ਚਾਹੀਦੇ ਨੇ, ਉਹਦੇ ਅੱਗੇ ਸਿਜਦਾ ਕਰ ਕਦਮ ਬੋਸੀ ਕਰ, ਤੇਰੀਆਂ ਝੋਲੀਆਂ ਭਰੀਆਂ ਰਹਿਣਗੀਆਂ। ਔਰ ਐਸਾ ਜਿਹੜਾ ਪਰਮੇਸ਼ਵਰ ਹੈ, ਪਰਮਾਤਮਾ ਹੈ, ਇਹ ਉਹਨਾਂ ਦੀ ਜਾਇਦਾਦ ਹੈ ਜਿਹੜੇ ਭਾਵਨਾ ਨਾਲ ਉਹਨੂੰ ਸਿਮਰਦੇ ਨੇ। ਇਹ ਪਿਓ ਦਾਦੇ ਦੀ ਜਾਇਦਾਦ ਨਹੀਂ ਜਿਹੜੀ ਬੱਚੇ ਨੂੰ ਮਿਲ ਜਾਵੇਗੀ। ਇਹਦੇ ਤੇ ਉਹੀ ਹੱਕ ਜਤਾ ਸਕਦਾ ਹੈ ਜਿਹੜਾ ਉਹਦੇ ਨਾਲ ਪ੍ਰੇਮ ਕਰਦਾ ਹੈ। ਜਿਵੇਂ ਤੁਸੀਂ ਬਾਣੀ ਵਿੱਚ ਪੜ੍ਹਦੇ ਹੋ, ਵਸ ਭਗਤ ਥੀਆ ਮਿਲੇ ਜੀਆ ਤਾਕੀ ਉਪਮਾ ਕਿਤ ਗਨੀ। ਭਗਤਾਂ ਦੇ ਵਸ ਹੈ, ਪ੍ਰੇਮ ਦੇ ਰੱਸੇ ਵਿੱਚ ਬੱਝ ਕੇ ਰਹਿੰਦਾ ਹੈ। ਪ੍ਰੇਮ ਜਿਹੜਾ ਉਹਦੇ ਨਾਲ ਕਰੇਗਾ ਉਹਦੀ ਉਹ ਜਾਇਦਾਦ ਬਣ ਜਾਂਦਾ ਹੈ। ਮੋਹ ਪਟਲ ਸਭ ਜਗਤ ਵਿਆਪਿਓ, ਭਗਤ ਨਹੀਂ ਸੰਤਾਪਾ। ਸੰਸਾਰ ਦੇ ਪਦਾਰਥਾਂ ਦੇ, ਸਾਗ ਸੰਬੰਧੀਆਂ ਦੇ ਸਨੇਹ ਵਿੱਚ, ਮੁਹੱਬਤ ਵਿੱਚ ਲੋਕਾਈ ਜਕੜੀ ਰਹਿੰਦੀ ਹੈ। ਮੋਹ ਦੇ ਪਰਦੇ ਵਿੱਚ, ਪਟਲ ਵਿੱਚ, ਛੰਨ ਵਿੱਚ ਲੋਕਾਈ ਫਸੀ ਰਹਿੰਦੀ ਹੈ। ਔਰ ਜਦੋਂ ਜਿਸ ਨਾਲ ਮੋਹ ਕਰੀਏ ਉਹ ਵਿਛੜ ਜਾਵੇ, ਵਿਯੋਗ ਆਵੇ, ਤੇ ਸਾਨੂੰ ਸੰਤਾਪ ਭੋਗਣਾ ਪੈਂਦਾ ਹੈ, ਦੁਖੀ ਬੜਾ ਹੁੰਨੇ ਆ। ਪੈਸੇ ਨਾਲ ਮੋਹ ਸੀ, ਦੂਰ ਗਿਆ, ਵਿਰਲਾਪ ਕਰਦੇ ਆ, ਕੰਧ 'ਚ ਟੱਕਰਾ ਮਾਰਦੇ ਆ। ਪਰਿਵਾਰ ਨਾਲ ਮੋਹ ਸੀ, ਦੇਵਨੇਤ ਨਾਲ ਸਵਾਸਾਂ ਦੀ ਪੂੰਜੀ ਮੁੱਕੀ, ਕੋਈ ਜੀ ਵਿਛੜ ਗਿਆ ਫੈਮਿਲੀ 'ਚੋਂ, ਵਿਰਲਾਪ ਕਰਦੇ ਆ। ਕਹਿੰਦੇ ਸਾਧੂ ਤੇਰੇ ਪ੍ਰੇਮ ਵਿੱਚ ਬੱਝੇ ਨੇ,
ਸੰਸਾਰ ਦੇ ਮੋਹ ਤੋਂ ਉਪਰਾਮ ਨੇ, ਮੋਹ ਕਰਦੇ ਹੀ ਨਹੀਂ ਕਿਸੇ ਨਾਲ, ਕਿਸੇ ਦਾ ਆਉਣਾ ਕੀ ਤੇ ਜਾਣਾ ਕੀ, ਇੱਕ ਰਾਸੀ ਰਹਿੰਦੇ ਨੇ। ਇਸੇ ਕਰਕੇ ਉਹਨਾਂ ਨੂੰ ਸੰਤਾਪ ਨਹੀਂ ਹੁੰਦਾ, ਉਹਨਾਂ ਨੂੰ ਕਿਸੇ ਦੇ ਗਏ ਦਾ ਦੁੱਖ ਨਹੀਂ ਹੁੰਦਾ, ਕਿਉਂਕਿ ਮਨ ਕਰਕੇ ਉਹ ਜੁੜੇ ਹੀ ਨਹੀਂ, ਜੁੜੇ ਨੇ ਕੇਵਲ ਸਰੀਰ ਕਰਕੇ। ਇਹ ਜੀਵਨ ਬਤੀਤ ਕਰਨ ਲਈ ਸਾਗ ਸੰਬੰਧੀ ਰਿਸ਼ਤੇਦਾਰਾਂ ਨੂੰ ਉਹ ਮਹਿਸੂਸ ਕਰਦੇ ਨੇ, ਆਪਣੇ ਅੰਗੀ ਸੰਗੀ ਸਮਝਦੇ ਨੇ, ਅੰਦਰੋਂ ਉਹ ਤੇਰੇ ਪ੍ਰੇਮ ਵਿੱਚ ਬੱਝੇ ਨੇ, ਤੂੰ ਛੱਡ ਕੇ ਨਹੀਂ ਜਾਂਦਾ ਤੇ ਉਹਨਾਂ ਨੇ ਕੀ ਸੰਤਾਪ ਭੋਗਣਾ ਹੈ। ਜੋ ਛੱਡ ਕੇ ਜਾਵੇ ਉਹਦਾ ਸੰਤਾਪ ਹੁੰਦਾ ਹੈ। ਮੋਹ ਵਿੱਚ ਉਹ ਪਏ ਹੀ ਨਹੀਂ ਪਦਾਰਥਾਂ ਦੇ, ਇਸ ਕਾਰਨ ਉਹਨਾਂ ਨੂੰ ਕਿਸੇ ਪਦਾਰਥ ਦੇ ਵਿਯੋਗ ਦਾ ਸੰਤਾਪ ਨਹੀਂ ਭੋਗਣਾ ਪੈਂਦਾ। ਨਾਮ ਨਿਧਾਨ ਧਿਆਏ ਮਨ ਅਟਲ, ਤਾ ਛੂਟੈ ਮਾਇਆ ਕੇ ਪਟਲ। ਜਿਹੜਾ ਨਾਮ ਧਿਆਵੇਗਾ ਉਹ ਮਾਇਆ ਦੇ ਪਰਦੇ ਤੋਂ ਛੁਟਕਾਰਾ ਪਾਵੇਗਾ। ਜਾਂ ਕੈ ਅੰਤਰ ਪ੍ਰਗਟਿਓ ਆਪ, ਤਾਕੋ ਨਾਹੀ ਦੁਖ ਸੰਤਾਪ। ਜੇ ਤੁਸੀਂ ਵੀ ਚਾਹੁੰਦੇ ਹੋ ਦੁੱਖ ਸੰਤਾਪ ਤੁਹਾਡੇ ਨਿਵਰਤ ਹੋ ਜਾਣ ਤੇ ਪਰਮੇਸ਼ਵਰ ਦੇ ਗੀਤ ਗਾ ਕੇ ਉਸ ਨੂੰ ਅੰਦਰ ਪ੍ਰਗਟ ਕਰਨਾ ਕਰੋ। ਕਹੇ ਰਵਿਦਾਸ ਭਗਤ ਇੱਕ ਬਾਡੇ, ਅਬ ਇਹ ਕਾਸਿਓ ਕਹੀਆ। ਭਗਤ ਰਵਿਦਾਸ ਜੀ ਕਹਿੰਦੇ ਨੇ ਸਾਡੀ ਤੇਰੇ ਨਾਲ ਪ੍ਰੀਤੀ ਇੰਨੀ ਵੱਧ ਗਈ ਹੈ, ਇਸ ਪ੍ਰੀਤੀ ਦਾ ਆਨੰਦ ਐਸਾ ਹੈ, ਤੇਰੇ ਨਾਮ ਦਾ ਰਸ ਐਸਾ ਹੈ, ਤੇਰੇ ਦਰਸ਼ਨਾਂ ਦਾ ਰਸ ਐਸਾ ਹੈ ਜੋ ਕਿਹਾ ਨਹੀਂ ਜਾ ਸਕਦਾ, ਗਲੂਏ ਮੁਬਾਰਕ ਤੋਂ ਬਿਆਨ ਨਹੀਂ ਕੀਤਾ ਜਾ ਸਕਦਾ। ਜਿਹੜਾ ਬਾਢੀ ਲਫ਼ਜ਼ ਹੈ ਨਾ, ਬੜਨਾ ਨੂੰ ਕਹਿੰਦੇ ਨੇ, ਵੱਧ ਜਾਣਾ, ਬੜਾ ਪ੍ਰੇਮ ਵਧਿਆ ਤੇਰੇ ਨਾਲ। ਐਸੀ ਖੇਡ ਬਣ ਗਈ ਹੈ ਜਿਵੇਂ ਮਹਾਰਾਜ ਕਹਿੰਦੇ ਨੇ ਨਾ, ਹਰ ਹਰ ਕਥਾ ਬਣੀ ਅਤ ਮੀਠੀ, ਜੋ ਗੂੰਗਾ ਗੜਕ ਸਮਾਰੇ। ਗੂੰਗਾ ਜਦੋਂ ਮਠਿਆਈ ਖਾਂਦਾ ਨਾ ਫਿਰ ਨੱਚਦਾ ਫਿਰਦਾ ਹੈ, ਪਰ ਗਲੂਏ 'ਚ ਬੋਲ ਹੈ ਨਹੀਂ ਉਹ ਬਿਆਨ ਕਰ ਸਕੇ। ਤੇਰੇ ਨਾਮ ਦਾ ਰਸ ਐਸਾ ਹੈ, ਅਲਫਾਜ਼ ਮੁੱਕ ਜਾਂਦੇ ਨੇ, ਬਿਆਨ ਨਹੀਂ ਕੀਤਾ ਜਾ ਸਕਦਾ। ਸੋ ਤੇਰਾ ਤੇ ਸਾਡਾ ਜਿਹੜਾ ਪਰਮੇਸ਼ਵਰ ਪ੍ਰੇਮ ਹੈ ਉਹ ਅਲਫਾਜ਼ਾਂ ਵਿੱਚ ਨਹੀਂ ਘੇਰਿਆ ਜਾ ਸਕਦਾ। ਉਹ ਆਨੰਦ ਵੱਖਰਾ ਹੈ। ਉਹ ਕਿਸੇ ਗੁੰਗੇ ਦੇ ਚਿਹਰੇ ਵੱਲ ਤੱਕੋਗੇ ਨਾ, ਮਠਿਆਈ ਖਾਧੀ ਹੈ ਉਸਨੇ, ਇਹ ਚਿਹਰੇ ਦਾ ਨੂਰ ਦੱਸੇਗਾ, ਬੋਲ ਨਹੀਂ ਪਾਉਂਦਾ। ਸਾਧੂਆਂ ਦਾ, ਸੰਤਾਂ ਦਾ, ਮਹਾਂਪੁਰਸ਼ਾਂ ਦੇ ਚਿਹਰੇ ਦਾ ਜਿਹੜਾ ਨੂਰ ਹੈ ਉਹ ਵੱਖਰਾ ਹੈ। ਉੱਥੋਂ ਹੀ ਗੱਲ ਸਮਝ ਆਉਂਦੀ ਹੈ ਵੀ ਇਹ ਰੱਬੀ ਰਸ ਮਾਣਦੇ ਨੇ। ਬਿਆਨ ਕਰਨ ਵਾਲੇ ਅਲਫਾਜ਼ ਉਹਨਾਂ ਕੋਲ ਨਹੀਂ ਹੁੰਦੇ। ਜਾ ਕਾਰਨ ਹਮ ਤੁਮ ਆਰਾਧੇ, ਸੋ ਦੁਖ ਅਜਹੂ ਸਹੀਆ। ਮਹਾਰਾਜ ਅਸੀਂ ਤੁਹਾਡੀ ਆਰਾਧਨਾ ਕੀਤੀ, ਤੁਹਾਨੂੰ ਅਸੀਂ ਜਪਣਾ ਕੀਤਾ, ਜਿਸ ਕਾਰਨ ਸਾਡੇ ਰੋਗ ਸੋਗ ਦੁੱਖ ਮਿਟ ਗਏ, ਕਲੇਸ਼ ਮਿਟ ਗਏ, ਵਿਘਨ ਮਿਟ ਗਏ, 84 ਲੱਖ ਜੂਨਾਂ ਦਾ ਗੇੜ ਮਿਟ ਗਿਆ। ਪਰ ਲੋਕਾਈ ਹਜੇ ਵੀ ਉਹ ਦੁੱਖ ਸਹਿ ਰਹੀ ਹੈ, ਲੋਕ ਹਜੇ ਵੀ ਉਸ ਦੁੱਖ ਵਿੱਚ ਨੇ। ਤੁਸੀਂ ਰੋਜ਼ ਪੜ੍ਹਦੇ ਹੋ ਨਾਨਕ ਦੁਖੀਆ ਸਭ ਸੰਸਾਰ, ਚਿਹਰੇ ਹੱਸਦੇ ਨੇ, ਅੰਦਰੋਂ ਤਕਰੀਬਨ ਹੀ ਲੋਕਾਈ 99% ਦੁਖੀ ਹੈ। ਇਹਦਾ ਇੱਕ ਤਰੀਕਾ ਹੈ, ਅਗਰ ਨਜ਼ਾਤ ਚਾਹੁਣਾ ਹੈ ਰੋਗਾਂ ਸੋਗਾਂ ਦੁੱਖਾਂ ਤੋਂ, ਮਹਾਰਾਜ ਕਹਿੰਦੇ ਨੇ ਦੀਨ ਦਰਦ ਦੁੱਖ ਭੰਜਨਾ, ਸੇਵਕ ਕਹਿ ਸਤ ਭਾਏ, ਅਚਰਜ ਰੂਪ ਨਿਰੰਜਨੋ ਗੁਰ ਮੇਲਾਇਆ। ਮਾਏ ਗੁਰੂ ਦੀ ਸ਼ਰਨ ਆ, ਗੁਰੂ ਗ੍ਰੰਥ ਸਾਹਿਬ ਦੇ ਚਰਨ ਪਕੜ, ਉਹਦੇ ਸ਼ਬਦ ਦਾ ਅਭਿਆਸ ਕਰ। ਨਿਰੰਜਨ ਮੈਲ ਤੋਂ ਰਹਿਤ ਪਰਮੇਸ਼ਵਰ ਜੋ ਬਿਆਨ ਨਹੀਂ ਹੋ ਸਕਦਾ, ਅਸਚਰਜ ਸਰੂਪ ਤੈਨੂੰ ਮਿਲੇਗਾ। ਫਿਰ ਜਦੋਂ ਮਿਲ ਪਿਆ ਤੇਰੇ ਸਰੀਰ ਦਾ ਦਰਦ, ਤੇਰਾ ਦੁੱਖ, ਮਨ ਦਾ ਸੋਗ ਭੰਜਨ ਕਰ ਦਵੇਗਾ, ਮਿਟਾ ਦਵੇਗਾ। ਇਹ ਉਹਨਾਂ ਲਈ ਸੰਭਵ ਹੈ। ਰੋਗ ਸੋਗ ਉਹਨਾਂ ਦੇ ਮਿਟੇ ਜਿਨ੍ਹਾਂ ਪਰਮਾਤਮਾ ਨੂੰ ਪ੍ਰੇਮ ਦੀ ਫਾਹੀ ਵਿੱਚ ਬੰਨਣਾ ਕੀਤਾ ਹੈ, ਜਿਨ੍ਹਾਂ ਪਰਮਾਤਮਾ ਦਾ ਪ੍ਰੇਮ ਕੀਤਾ ਹੈ, ਸੰਸਾਰ ਛੱਡ ਕੇ ਨਿਰੰਕਾਰ ਦੇ ਨਾਲ ਜੁੜੇ ਨੇ, ਉਹਨਾਂ ਨੇ ਹੀ ਨਜ਼ਾਤ ਪਾਈ ਹੈ, ਮੁਕਤੀ ਪਾਈ ਹੈ। ਦਾਸ ਇੱਥੇ ਸ਼੍ਰੀ ਮੁਖਵਾਕ ਦੀ ਵਿਚਾਰ ਨੂੰ ਸੰਕੋਚਦਾ ਹੈ ਔਰ ਅੱਜ ਜੋ ਪਾਵਨ ਦਿਹਾੜਾ ਹੈ ਉਸ ਬਾਬਤ ਆਪ ਸੰਗਤ ਦੇ ਨਾਲ ਕੁਝ ਵਿਚਾਰ ਵਿਮਰਸ਼ ਕਰੇਗਾ। ਅੱਜ ਉਹ ਪਾਵਨ ਦਿਹਾੜਾ ਹੈ ਜਿਸ ਦਿਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਕਦਮ ਬੋਸੀ ਕਰਨ ਭੱਟ ਸਾਹਿਬਾਨ
ਸ਼੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚੇ ਨੇ। ਮਿਲਾਪ ਦਿਹਾੜਾ ਹੈ ਭੱਟਾਂ ਦਾ ਤੇ ਖੁਦ ਖੁਦਾ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਭੱਟ ਪਤਾ ਕੌਣ ਹੁੰਦੇ ਨੇ? ਜੋ ਰਾਜਿਆਂ ਦੀ ਵਡਿਆਈ ਗਾਉਂਦੇ ਨੇ, ਰਾਜ ਦਰਬਾਰ ਵਿੱਚ ਜੋ ਜੈ ਜੈਕਾਰ ਕਰਦੇ ਨੇ। ਖੁਦਾਇਆ ਮਹਾਨ ਰਾਜਾ ਹੈ, ਗੁਰ ਪਰਮੇਸ਼ਰ ਏਕੋ ਜਾਣ, ਉਹਦਾ ਸਰਗੁਣ ਸਰੂਪ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ। ਸੋ ਭੱਟ ਖੁਦ ਖੁਦਾ ਗੁਰੂ ਅਰਜਨ ਸਾਹਿਬ ਦੀ ਵਡਿਆਈ ਕਰਨ, ਗੁਰੂ ਨਾਨਕ ਤੋਂ ਪੰਜਵੇਂ ਬਾਪੂ ਦੇ ਜੈ ਜੈਕਾਰ ਕਰਨ ਇਸ ਪਾਵਨ ਰੂਹੇ ਜ਼ਮੀਨ ਤੇ ਪਹੁੰਚੇ ਨੇ। ਬੜੇ ਪੰਡਤ ਵਿਦਵਾਨ ਜਨ ਮਹਾਂਪੁਰਸ਼ ਸਨ, ਚਤੁਰਵਗਤੇ ਸਨ, ਵੇਦ ਸ਼ਾਸਤਰ ਗਲੂਏ 'ਚ ਨੱਚਦੇ ਸਨ ਉਹਨਾਂ ਦੇ। ਔਰ ਗੁਰਾਂ ਨੂੰ ਅਕਾਲ ਪੁਰਖ ਦਾ ਸਰੂਪ ਸਮਝ ਕੇ ਜੈਸੀ ਉਹਨਾਂ ਆਪਣੇ ਮੁਰਸ਼ਦਾਂ ਦੀ ਵਡਿਆਈ ਕੀਤੀ ਹੈ, ਗੁਰੂ ਨਾਨਕ ਤੋਂ ਗੁਰੂ ਅਰਜਨ ਸਾਹਿਬ ਤਾਈਂ ਦੁਨੀਆ ਵਿੱਚ ਬਹੁਤਾਤ ਵਿੱਚ ਐਸੇ ਕਵੀ ਨਹੀਂ ਲੱਭਦੇ ਜਿਹੜੇ ਆਪਣੇ ਮੁਰਸ਼ਦ ਦੀ ਇੰਨੀ ਵਡਿਆਈ ਕਰ ਸਕੇ। ਹੁਣ ਵਿਰਲੇ ਹੋਏ ਨੇ ਭਾਈ ਗੁਰਦਾਸ, ਭਾਈ ਨੰਦ ਲਾਲ ਜੀ ਵਰਗੇ, ਜਾਂ ਇਹ ਭੱਟ ਸਾਹਿਬਾਨ ਹੋਏ ਨੇ। ਆਏ ਕਿਉਂ ਨੇ ਗੁਰੂ ਦੇ ਚਰਨਾਂ ਵਿੱਚ? ਗੁਰੂ ਦੀ ਵਡਿਆਈ ਕਰਨ। ਤੇ ਵਡਿਆਈ ਕਿਉਂ ਕਰਨੀ ਹੈ, ਇਹ ਗੱਲ ਦੀ ਸਮਝ ਹੈ। ਜਗ ਔਰ ਨਾ ਯਹ ਮਹਾਤਮ ਮੈਂ ਅਵਤਾਰ ਉਜਾਗਰ ਆਨ ਕੀਓ, ਤਿਨਕੇ ਦੁਖ ਕੋਟਕ ਦੂਰ ਗਏ ਮਥੁਰਾ ਜਿਨ ਅੰਮ੍ਰਿਤ ਨਾਮ ਪੀਓ। ਇਹ ਪੱਦਤ ਤੇ ਮਤ ਚੂਕਹਿ ਰੇ ਮਨ ਭੇਦ ਵਿਭੇਦ ਨਾ ਜਾਣ ਬੀਓ। ਪ੍ਰਤਸ਼ ਹਿਰਦੈ ਗੁਰ ਅਰਜਨ ਕੇ ਹਰ ਪੂਰਨ ਬ੍ਰਹਮ ਨਿਵਾਸ ਲਿਓ। ਜਾਣਦੇ ਨੇ ਵੀ ਪਰਮੇਸ਼ਵਰ ਪੰਜਵੇਂ ਜਾਮੇ ਗੁਰੂ ਅਰਜਨ ਦੇ ਰੂਪ ਵਿੱਚ ਪ੍ਰਗਟ ਹੈ। ਜਿਹੜਾ ਵੀ ਕਦਮ ਬੋਸੀ ਕਰੇਗਾ, ਕਦਮ ਚੁੰਮੇਗਾ, ਉਹਦੇ ਗੀਤ ਗਾਵੇਗਾ, ਭਵ ਸਾਗਰ ਤੋਂ ਨਜ਼ਾਤ ਹਾਸਲ ਕਰ ਲਵੇਗਾ, ਮੁਕਤੀ ਹਾਸਲ ਕਰ ਲਵੇਗਾ। ਤਾਂ ਹੀ ਭੱਟਾਂ ਨੇ ਆ ਕੇ ਤਰਲਾ ਲਿਆ ਸੀ, ਅਬ ਰਾਖੋ ਦਾਸ ਭਾਟ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ ਹਰਨਾਕਸ ਫਾਰੇ ਕਰ ਆਜ। ਐ ਪਰਮੇਸ਼ਵਰ, ਜਿਵੇਂ ਹਰਨਾਕਸ਼ ਦਾ ਖੁਰਾ ਖੋਜ ਮਿਟਾ ਕੇ ਤੂੰ ਪ੍ਰਹਿਲਾਦ ਜੀ ਨੂੰ ਰੱਖਿਆ, ਜਿਵੇਂ ਕ੍ਰਿਸ਼ਨ ਜੀ ਨੂੰ ਅਸਮਤਾਂ ਦੇ ਕੇ ਤੂੰ ਦੀਨ ਦੁਨੀਆ ਦੇ ਮਾਲਕ ਦ੍ਰੋਪਦੀ ਦੀ ਪੱਤ ਰੱਖ ਲਈ, ਸਾਡੇ ਤੇ ਕਿਰਪਾ ਕਰ। ਸ੍ਰੀ ਸਤਿਗੁਰ ਸੋ ਪ੍ਰਸੰਨ, ਕਲਯੁਗ ਹੋਏ ਰਾਖੋ ਦਾਸ ਭਾਟ ਕੀ ਲਾਜ। ਐ ਕਲਯੁਗ ਦੇ ਅਵਤਾਰ ਗੁਰੂ ਅਰਜਨ ਗੁਰੂ ਨਾਨਕ, ਸਾਡੀ ਰੱਖਿਆ ਕਰ। ਪੱਤ ਰੱਖ ਜਿਸ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੋਲਦੇ ਪਏ ਨੇ। 84 ਲੱਖ ਜੂਨਾਂ ਵਿੱਚ ਨਾ ਰੁਲ ਜਾਈਏ, ਮੁਕਤੀ ਬਖਸ਼। ਗੁਰਾਂ ਨੇ ਚਰਨਾਂ ਵਿੱਚ ਪ੍ਰਵਾਨਗੀ ਦਿੱਤੀ ਮਹਾਂਪੁਰਸ਼ਾਂ ਨੂੰ। ਉਹ ਵਡਿਆਈ ਗਾਉਣੀ ਚਾਹੁੰਦੇ ਨੇ। ਕਿਸ ਪ੍ਰਕਾਰ ਦੇ ਨਾਲ ਗਾਉਣੀ ਹੈ? ਸਵਈਏ ਮਹੱਲੇ ਪੰਜਵੇਂ ਦੇ ਪੜ੍ਹਿਓ ਕਦੇ। ਮਹਾਰਾਜ ਨੇ ਆਪ ਪਹਿਲਾਂ 20 ਸਵਈਏ ਗਾਏ, ਫਿਰ ਮਹਾਰਾਜ ਦੇ ਪਿੱਛੇ ਭਗਤਾਂ ਨੇ, ਇਹਨਾਂ ਮਹਾਂਪੁਰਸ਼ਾਂ ਨੇ ਬਾਣੀ ਗਾਈ, ਜੋ ਦੀਨ ਦੁਨੀਆ ਦੇ ਮਾਲਕ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੇ ਵਿੱਚ ਪ੍ਰਵਾਨ ਕੀਤੀ। ਆਪਣੇ ਅੰਗ ਬਣਾ ਲਿਆ ਬਾਣੀ ਨੂੰ। ਜਿਸ ਬਾਣੀ ਬਾਬਤ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇਵੜੇ ਅਵਰ ਨਾ ਕੋਈ। ਐਸੀ ਅਗੰਮੀ ਬਾਣੀ। ਅੱਜ ਇੱਕ ਹੋਰ ਦਿਹਾੜਾ ਹੈ, ਇਸ ਭੱਟਾਂ ਦੇ ਮਿਲਾਪ ਦਾ ਜੋ ਦਿਹਾੜਾ ਹੈ, ਇਹਦੇ ਸਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਜਗਤ ਦੀ ਧਾਰਮਿਕ ਸਿਰਮੌਰ ਸੰਸਥਾ ਹੈ, ਆਪ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਇੱਥੇ ਦੀਵਾਨ ਹਾਲ ਵਿੱਚ ਹੀ ਗੁਰਮਤਿ ਸਮਾਗਮ ਅੱਜ ਕਰਵਾਵੇਗੀ। ਆਪ ਸੰਗਤਾਂ ਸ਼ਿਰਕਤ ਕਰਿਓ, ਆਪਣੇ ਸਮੇਂ ਨੂੰ ਸਫਲਾ ਕਰਿਓ, ਹਾਜ਼ਰੀਨ ਹੋਇਓ, ਹਾਜ਼ਰੀ ਭਰਿਓ। ਉੱਥੇ ਹੀ ਗੁਰਦੁਆਰਾ ਬਾਰਠ ਸਾਹਿਬ ਪਠਾਨਕੋਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਗਤ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਖੁਦ ਖੁਦਾ ਦੇ ਲਖਤੇ ਜ਼ਿਗਰ ਦਿਲਬੰਦ ਬਾਬਾ ਸ਼੍ਰੀ ਚੰਦ ਜੀ ਦਾ ਆਗਾਜ਼ ਦਿਵਸ ਵੀ ਮਨਾਇਆ ਜਾਣਾ ਹੈ। ਸਮੁੱਚੀ ਲੋਕਾਈ ਵਿੱਚ ਇਹ ਦਿਹਾੜਾ ਮਨਾਇਆ ਜਾਂਦਾ ਹੈ। ਅੱਜ ਉਹ ਮਹਾਂਪੁਰਸ਼ ਮਾਤਾ ਸੁਲੱਖਣੀ ਜੀ ਦੇ ਪਾਵਨ ਹਿਰਦੇ ਚੋਂ ਪ੍ਰਗਟ ਹੋਏ, ਖੁਦ ਖੁਦਾ ਗੁਰੂ ਨਾਨਕ ਸਾਹਿਬ ਦੀ ਗੋਦ ਵਿੱਚ ਖੇਡੇ। ਭਾਦੋਂ ਸੁਦੀ 9ਵੀਂ ਸੰਮਤ 1551 ਇਹਨਾਂ ਮਹਾਂਪੁਰਸ਼ਾਂ ਦਾ ਆਗਾਜ਼ ਸੁਲਤਾਨਪੁਰ ਦੀ ਪਾਵਨ ਰੂਹੇ ਜ਼ਮੀਨ ਤੇ ਹੋਇਆ। ਕਿਹਦੇ ਘਰ ਪ੍ਰਗਟ ਹੋਏ ਨੇ? ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ।
that transcendent Lord, he himself is called Guru Nanak, ਜੋ ਖੁਦਾ ਗੁਰੂ ਨਾਨਕ ਬਣ ਕੇ ਦੁਨੀਆ ਤੇ ਆਇਆ, ਉਹਦੇ ਘਰ ਵਿੱਚ ਇਸ ਮਹਾਪੁਰਸ਼ ਦਾ ਆਗਾਜ਼ ਹੋਇਆ। ਕੌਣ? ਬਾਬਾ ਨਾਨਕ, ਜਿਹਦੇ ਬਾਰੇ ਬਾਣੀ ਕਹਿੰਦੀ ਹੈ ਗੁਰ ਨਾਨਕ ਦੇਵ ਗੋਵਿੰਦ ਰੂਪ, ਜੋ ਗੋਵਿੰਦ ਦਾ ਸਰਗੁਣ ਸਰੂਪ ਹੈ। ਦੇਖੋ ਜੀ, ਗੁਰੂ ਦੀ ਅੰਸ਼ ਹੈ, ਲੱਖ ਕੋਈ ਤਰਕ ਕੁਤਰਕ ਕਰੇ, ਗੁਰੂ ਗ੍ਰੰਥ ਸਾਹਿਬ ਤੇ ਅਕੀਦਾ ਰੱਖਣ ਵਾਲਾ ਗੁਰੂ ਅੰਸ਼ ਦਾ ਸਤਿਕਾਰ ਕਰਦਾ ਹੈ ਤੇ ਕਰਦਾ ਰਹੇਗਾ। ਬਾਣੀ ਦਾ ਫੁਰਮਾਨ ਹੈ, ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ ਜਿਨ ਗੁਰ ਜਣਿਆ, ਮਾਏ ਮਾਂ ਧੰਨ, ਬਾਪੂ ਧੰਨ, ਗੁਰਾਂ ਦੀ ਕੁੱਲ ਧੰਨ। ਤੇ ਕੁੱਲ ਵਿੱਚ ਫਿਰ ਬਾਬਾ ਸ਼੍ਰੀ ਚੰਦ ਵੀ ਆਉਣਗੇ। ਇੰਗਲਿਸ਼ ਦੇ ਟੀਕਾਕਾਰਾਂ ਵੀ ਇਹੀ ਅਰਥ ਕੀਤੇ ਨੇ, ਬਲੈਸਡ ਇਜ਼ ਦਾ ਫਾਦਰ, ਬਲੈਸਡ ਇਜ਼ ਦਾ ਮਦਰ, ਬਲੈਸਡ ਇਜ਼ ਦਾ ਫੈਮਿਲੀ। ਇਹ ਸਾਰੇ ਹੀ ਧੰਤਾ ਦੇ ਯੋਗ ਹੋ ਗਏ ਜਿਹੜੇ ਗੁਰੂ ਨਾਲ ਸੰਬੰਧਿਤ ਨੇ। ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜਨਮ ਤੋਂ ਹੀ ਨਾ, ਆਗਾਜ਼ ਤੋਂ ਹੀ ਉਦਾਸ ਰਹਿੰਦੇ ਨੇ, ਉਪਰਾਮ ਰਹਿੰਦੇ ਨੇ। ਦੁਨੀਆ ਵਿੱਚ ਉਹਨਾਂ ਦੀ ਸੁਰਤ ਨਹੀਂ ਜੁੜਦੀ, ਕੇਵਲ ਅਕਾਲ ਪੁਰਖ ਵਿੱਚ ਸੁਰਤ ਜੁੜਦੀ ਹੈ। ਉਪਦੇਸ਼ ਖੁਦ ਖੁਦਾ ਗੁਰੂ ਨਾਨਕ ਸਾਹਿਬ ਤੋਂ ਲਿਆ। ਜਿਹੜੇ ਕਈ ਮੇਰੇ ਵੀਰ ਜਾਣੇ ਅਣਜਾਣੇ ਵਿੱਚ ਤਰਕ ਕੁਤਰਕ ਕਰ ਦਿੰਦੇ ਨੇ ਨਾ ਵੀ ਬਾਬਾ ਸ਼੍ਰੀ ਚੰਦ ਜੀ ਸਿੱਖੀ ਦਾ ਅੰਗ ਨਹੀਂ ਸਨ, ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਹਾਂ ਵੀ ਜਦੋਂ ਬਾਬਾ ਬੁੱਢਾ ਸਾਹਿਬ ਜੀ ਦਾ ਸੰਸਕਾਰ ਹੋਣ ਲੱਗਾ ਹੈ ਨਾ, ਉਡੀਕਿਆ ਗਿਆ ਬਾਬਾ ਸ਼੍ਰੀ ਚੰਦ ਜੀ ਨੂੰ। ਉਡੀਕਣ ਵਾਲਾ ਕੌਣ ਹੈ? ਛਠਮ ਪੀਰ ਬੈਠਾ ਗੁਰ ਭਾਰੀ, ਖੁਦ ਖੁਦਾ ਗੁਰੂ ਹਰਗੋਬਿੰਦ ਸਾਹਿਬ। ਇੱਥੇ ਹੀ ਬਸ ਨਹੀਂ, ਗੁਰੂ ਹਰਗੋਬਿੰਦ ਸਾਹਿਬ ਦੀਦਾਰੇ ਕਰਨ ਗਏ ਗੁਰੂ ਕੀ ਅੰਸ਼ ਦੇ। ਪੁੱਛਿਆ ਬਾਬਾ ਸ਼੍ਰੀ ਚੰਦ ਜੀ ਨੇ, ਕਿੰਨੇ ਸਾਹਿਬਜ਼ਾਦੇ ਨੇ? ਮਹਾਰਾਜ ਕਹਿੰਦੇ 5। ਤੇ ਬਾਬਾ ਸ਼੍ਰੀ ਚੰਦ ਜੀ ਕਹਿੰਦੇ ਇੱਕ ਸਾਡੀ ਝੋਲੀ ਪਾ ਦਿਓ। ਤੇ ਬਾਬਾ ਗੁਰਦਿੱਤਾ ਜੀ ਨੂੰ ਬਾਹੋਂ ਪਕੜ ਕੇ ਗੁਰੂ ਹਰਗੋਬਿੰਦ ਸਾਹਿਬ ਨੇ ਬਾਬਾ ਸ਼੍ਰੀ ਚੰਦ ਜੀ ਨੂੰ ਸੌਂਪ ਦਿੱਤਾ, ਜੋ ਬਾਬਾ ਸ਼੍ਰੀ ਚੰਦ ਜੀ ਦੀ ਚੁਲਾਈ ਉਦਾਸੀਨ ਸੰਪਰਦਾਇ ਦੇ ਦੂਸਰੇ ਮੁਖੀ ਬਣੇ। ਔਰ 98 ਗ੍ਰਸਤੀ, ਬਹੁਤੇ ਉਦਾਸੀ ਮਹਾਤਮਾ ਆਨੰਦ ਨਹੀਂ ਕਰਵਾਉਂਦੇ, ਵਿਆਹ ਨਹੀਂ ਕਰਾਉਂਦੇ, ਪਰ ਬਾਬਾ ਸ਼੍ਰੀ ਚੰਦ ਜੀ ਨੇ ਇਸ ਗੱਲ ਦਾ ਵੀ ਖੰਡਨ ਕੀਤਾ। ਇਹ ਜ਼ਰੂਰੀ ਨਹੀਂ ਵੀ ਉਦਾਸੀ ਮਹਾਤਮਾ ਅਣਵਿਆਹਿਆ ਹੀ ਹੋਵੇ, ਉਹਨਾਂ ਨੇ ਅਗਲਾ ਮੁਖੀ ਗ੍ਰਸਤੀ ਨੂੰ ਚੁਣ ਲਿਆ। ਗੁਰੂ ਘਰ ਨਾਲ ਬੜਾ ਪ੍ਰੇਮ ਰਿਹਾ ਹੈ। ਵੇਖੋ, ਗੁਰੂ ਕੀ ਅੰਸ਼ ਬਾਬਾ ਪ੍ਰਿਥਵੀ ਚੰਦ ਨੇ ਹਰ ਪੱਖ ਤੋਂ ਗੁਰੂ ਘਰ ਦਾ ਵਿਰੋਧ ਕੀਤਾ, ਗੁਰੂ ਹਰਗੋਬਿੰਦ ਸਾਹਿਬ ਦਾ ਕਤਲ ਵੀ ਕਰਵਾਉਣਾ ਚਾਹਿਆ। ਉਹਨਾਂ ਦੀ ਇਸ ਕਰਨੀ ਕਰਕੇ ਉਹਨਾਂ ਨੂੰ ਮੀਣੇ ਕਿਹਾ ਗਿਆ। ਔਰ ਸਾਨੂੰ ਜਦੋਂ ਖੰਡੇ ਦੀ ਪੌਲ ਬਖਸ਼ੀ ਜਾਂਦੀ ਹੈ ਪੰਜਾਂ ਪਿਆਰਿਆਂ ਵੱਲੋਂ, ਤਾਂ ਕਿਹਾ ਜਾਂਦਾ ਹੈ ਮੀਣਿਆਂ ਦੇ ਨਾਲ, ਰਾਮ ਰਾਈਆਂ ਦੇ ਨਾਲ ਮਿਲਣ ਵਰਤਣ ਨਹੀਂ ਰੱਖਣਾ, ਕਿਉਂਕਿ ਇਹ ਲੋਕ ਗੁਰੂ ਨਾਨਕ ਨੂੰ, ਗੁਰੂ ਅਰਜਨ ਸਾਹਿਬ ਨੂੰ, ਗੁਰੂ ਗੋਬਿੰਦ ਸਿੰਘ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਸਨ ਮੰਨਦੇ। ਇਹ ਕੋਈ ਪ੍ਰਿਥਵੀ ਚੰਦ ਨੂੰ ਗੁਰੂ ਮੰਨਦਾ ਸੀ, ਕੋਈ ਜ਼ਿਕਰ ਨਹੀਂ ਮਿਲੇਗਾ ਵੀ ਬਾਬਾ ਸ਼੍ਰੀ ਚੰਦ ਨੂੰ ਜਾਂ ਉਦਾਸੀਨ ਸੰਪਰਦਾਇ ਨੂੰ ਅਸੀਂ ਅੱਖੋਂ ਪਰੋਖੇ ਕਰਨਾ ਹੈ, ਉਹਨਾਂ ਦਾ ਸਤਿਕਾਰ ਨਹੀਂ ਕਰਨਾ। ਮੈਂ ਪੁੱਛਦਾ ਹੁੰਨਾ, ਭਾਈ ਦਲੀਲ ਦੇ ਨਾਲ ਜਵਾਬ ਦਿਓ। ਜੇ ਉਦਾਸੀਨ ਮਹਾਪੁਰਸ਼ਾਂ ਤੇ ਨਾ ਖੁਸ਼ ਹੁੰਦੇ ਗੁਰੂ ਘਰ ਵਾਲੇ, ਖੁਦ ਖੁਦਾ ਗੁਰੂ ਗੋਬਿੰਦ ਸਿੰਘ ਜਿਸ ਦਿਨ ਆਨੰਦਾਂ ਦੀ ਪੁਰੀ ਛੱਡਣੀ ਪਈ, ਝੂਠੀਆਂ ਕਸਮਾਂ ਖਾਧੀਆਂ ਔਰੰਗਜ਼ੇਬ ਦੀ ਫੌਜ ਨੇ, ਜਰਨੈਲਾਂ ਨੇ, 22 ਧਾਰ ਦੇ ਰਾਜਿਆਂ ਨੇ, ਕਿ ਪੈਮਾ ਸ਼ਿਕਨ ਬੇਦ ਰੰਗ ਆਮਦਨ, ਕਸਮਾਂ ਤੋੜ ਕੇ ਪੈ ਗਏ ਗੁਰਾਂ ਨੂੰ, ਹਮਲਾ ਕਰ ਦਿੱਤਾ। ਆਨੰਦਪੁਰ ਛੱਡਣ ਲੱਗਿਆਂ ਆਨੰਦਾਂ ਦੀ ਪੁਰੀ ਦੇ ਗੁਰਧਾਮਾਂ ਦੀ ਸੇਵਾ ਉਦਾਸੀ ਮਹੰਤ ਬਾਬਾ ਗੁਰਬਖਸ਼ਦਾਸ ਨੂੰ ਕਲਗੀਧਰ ਨੇ ਸੌਂਪੀ ਹੈ। ਇੱਥੇ ਹੀ ਬਸ ਨਹੀਂ, ਜਦੋਂ ਕਲਗੀਧਰ ਪਾਤਸ਼ਾਹ ਮੁਗਲੀਆ ਸਲਤਨਤ ਦੇ ਨਾਲ 22 ਧਾਰ ਦੇ ਜ਼ਾਲਮ ਰਾਜਿਆਂ ਨਾਲ ਲੜਦੇ ਨੇ, ਮਹੰਤ ਕਿਰਪਾਲ ਦਾਸ ਜੀ ਮੈਦਾਨੇ ਜੰਗ ਦੇ ਵਿੱਚ ਜੂਝੇ ਨੇ। ਕਿਰਪਾਲ ਦਾਸ ਕੋਪਿਯੰ ਹਾਏ ਕੁੱਤ ਕੋ ਸੰਭਾਰੀ, ਕੁੱਤਕੇ ਦੇ ਨਾਲ ਕਿਰਪਾਲ ਦਾਸ ਜੀ ਲੜੇ ਨੇ। ਹਾਠੀ ਖਾਨ ਹਯਾਤ ਕੇ ਸੀਸ ਝਾਰੀ, ਕਲਗੀਧਰ ਕਹਿੰਦੇ ਉਸ ਉਦਾਸੀ ਮਹਾਪੁਰਸ਼ ਨੇ ਐਸਾ ਵਾਰ ਕੀਤਾ ਹੈ, ਹਯਾਤ ਖਾਨ ਦਾ ਜਿਹੜਾ ਸਿਰ ਸੀ ਨਾ, ਇਉਂ ਫੋੜ ਦਿੱਤਾ ਜਿਵੇਂ ਕ੍ਰਿਸ਼ਨ ਮੱਖਣ ਦੀ ਮਟਕੀ ਫੋੜਦਾ ਹੈ। ਉਦਾਸੀਨ ਸੰਪਰਦਾਇ ਸਿੱਖੀ ਦਾ ਅੰਗ ਹੈ। ਸਿੱਖੀ ਦੀ ਫੁਲਵਾੜੀ ਨੂੰ ਪ੍ਰਫੁੱਲਤ ਕਰਨ ਵਾਲੀ ਇੱਕ ਸੰਪਰਦਾਇ ਹੈ।
ਔਰ ਗੁਰਾਂ ਦੇ ਇਹਨਾਂ ਨੂੰ ਬੇਅੰਤ ਵਰ ਨੇ, ਬੇਅੰਤ ਇਹਨਾਂ ਨੂੰ ਬਖਸ਼ਿਸ਼ਾਂ ਨੇ। ਇਸ ਗੱਲ ਦਾ ਖਿਆਲ ਰੱਖਿਓ, ਜਦੋਂ ਵੀ ਕੋਈ ਮਹਾਂਪੁਰਸ਼ ਬਾਣੀ ਉਚਾਰੇ, ਕਵਿਤਾ ਉਚਾਰੇ ਜਾਂ ਕੋਈ ਰਚਨਾ ਕਰੇ ਤੇ ਆਪਣੇ ਮੁਰਸ਼ਦ ਦੀ ਰਚਨਾ ਕਰੇਗਾ, ਮੁਰਸ਼ਦ ਦੀ ਵਡਿਆਈ ਕਰੇਗਾ। ਜੇ ਬਾਬਾ ਸ਼੍ਰੀ ਚੰਦ ਜੀ ਸਨਾਤਨ ਮਤ ਵੱਲ ਨੂੰ ਸਿੱਖ ਜਗਤ ਨੂੰ ਜੋੜਦੇ ਹੁੰਦੇ ਸਿੱਖਾ, ਤੇ ਉਹਨਾਂ ਦੇ ਅਲਫਾਜ਼ਾਂ ਚੋਂ ਸਨਾਤਨ ਮਤ ਦੇ ਦੇਵਤਿਆਂ ਦੀ ਵਡਿਆਈ ਨਿਕਲਦੀ। ਪੁੱਛੋ ਬਾਬਾ ਸ਼੍ਰੀ ਚੰਦ ਜੀ ਦੁਨੀਆ ਦਾ ਬਾਦਸ਼ਾਹ ਕੌਣ ਹੈ, ਲੋਕਾਈ ਦਾ ਖਸਮ ਕੌਣ ਹੈ? ਤੇ ਉਸ ਮਹਾਪੁਰਸ਼ ਨੇ ਕਲਮ ਚੁੱਕੀ ਪਤਾ ਕਿਉਂ? ਚੌਂਕੜੇ ਵਿੱਚ ਬੈਠੇ ਨੇ, ਅੰਤਰ ਧਿਆਨ ਹੋਏ ਨੇ। 62 ਸਾਲ ਬਾਰੜ ਸਾਹਿਬ ਪਠਾਨਕੋਟ ਉਹਨਾਂ ਨੇ ਸਹਿਜ ਸਮਾਧੀ ਲਾਉਣੀ ਕੀਤੀ। ਜਦੋਂ ਅੰਤਰ ਧਿਆਨ ਹੋਏ, ਨਿਰਗੁਣ ਵੱਲ ਉਡਾਰੀ ਲਾਈ ਤੇ ਨਜ਼ਰੀ ਆਇਆ ਜਿਹੜਾ ਮੇਰਾ ਬਾਪੂ ਗੁਰੂ ਨਾਨਕ ਹੈ, ਜਿੱਥੇ ਲੋਕਾਈ ਵਿੱਚ ਉਹ ਪੰਜ ਭੂਤਕ ਸਰੀਰ ਧਾਰ ਕੇ ਸਰਗੁਣ ਸਰੂਪ ਹੈ ਖੁਦਾਇਆ ਦਾ। ਸੱਚਖੰਡ ਜੋ ਅੱਖਾਂ ਦਾ ਵਿਸ਼ਾ ਨਹੀਂ, ਸੱਚਾ ਤੇਰੇ ਖੰਡ ਸੱਚਾ ਬ੍ਰਹਿਮੰਡ ਪਰ ਹੈਨ ਸੱਚ। ਇਹ ਜਿਤਨੇ ਵੀ ਖੰਡ ਨੇ, ਜਦੋਂ ਮੈਂ ਉੱਥੇ ਉਡਾਰੀ ਲਾ ਕੇ ਪਹੁੰਚਿਆ ਤੇ ਉਸ ਤਖਤ ਤੇ ਵੀ ਇਹੀ ਗੁਰੂ ਨਾਨਕ ਬੈਠਾ ਹੈ ਜਿਸ ਨੂੰ ਸਿੱਖ ਜਗਤ ਸਿਜਦਾ ਪਿਆ ਕਰਦਾ ਹੈ। ਕਲਮ ਲਈ ਚੁੱਕ ਮਹਾਪੁਰਸ਼ ਨੇ, ਉਹਦੇ ਪਾਕ ਗਲੂਏ ਮੁਬਾਰਕ ਦੇ ਬੋਲ ਐਸੇ ਸਨ। ਵੇਖੋ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਗੁਰ ਜੈਸਾ ਨਾਹੀ ਕੋ ਦੇਵ, ਗੁਰੂ ਵਰਗਾ ਕੋਈ ਦੇਵਤਾ ਨਹੀਂ, ਗੁਰੂ ਵਰਗੀ ਕਿਸੇ ਦੀ ਮਹਾਨਤਾ ਨਹੀਂ। ਗੁਰੂ ਦੀ ਜਿਹੜੀ ਅਜ਼ਮਤ ਹੈ, ਗੁਰ ਤੇ ਬਾਹਰ ਕਿਛ ਨਹੀਂ, ਗੁਰ ਕੀਤਾ ਲੋੜੇ ਸੋ ਹੋਏ, ਗੁਰ ਕਰਤਾ ਗੁਰ ਕਰਨ ਹਾਰ, ਗੁਰਮੁਖ ਸੱਚੀ ਸੋਏ। ਗੁਰੂ ਖੁਦਾਇਆ ਹੈ। ਐਸੇ ਹੀ ਬੋਲ ਬਾਬਾ ਸ਼੍ਰੀ ਚੰਦ ਨੇ ਕੱਢੇ। ਕਹਿੰਦਾ, ਉਹ ਲੋਕੋ ਦੇਵੀ ਦੇਵਤਿਆਂ ਦੀ ਆਰਤੀ ਕਰਦੇ ਹੋ, ਮੇਰੇ ਬਾਪੂ ਗੁਰੂ ਨਾਨਕ ਦਾ ਰੁਤਬਾ ਸਭ ਰਹਿਬਰਾਂ ਦੇਵਤਿਆਂ ਨਾਲੋਂ ਉੱਚਾ ਏ। ਉਹ ਖੁਦਾਇਆ ਦਾ ਰੂਪ ਹੈ, ਉਹਦੀ ਆਰਤੀ ਨਹੀਂ, ਉਹਦਾ ਤੇ ਆਰਤਾ ਇਹ ਸ੍ਰਿਸ਼ਟੀ ਕਰਦੀ ਪਈ ਹੈ, ਉਸ ਨੂੰ ਚੌਰ ਹਵਾ ਕਰਦੀ ਪਈ ਹੈ। ਇਹ ਵਨਸਪਤੀ ਫੁੱਲ ਬਣ ਕੇ ਖੁਸ਼ਬੂਈਆਂ ਬਖੇਰ ਰਹੀ ਹੈ। ਉਹਦੀ ਕਲਮ ਦੇ ਬੋਲ ਪ੍ਰਗਟ ਹੋਏ। ਇੱਕ ਵਾਰ ਧਿਆਨ ਨਾਲ ਸੁਣਿਓ। ਆਰਤਾ ਕੀਜੈ ਨਾਨਕ ਸਾਹਾ ਪਾਤ ਸਾਹਾ ਕਾ, ਹਰ ਹਰ ਦੀਨ ਦੁਨੀਆ ਕੇ ਸ਼ਾਹੇਨ ਸ਼ਾਹਾ ਕਾ। ਜੇ ਮੁਕਤੀ ਚਾਹੁੰਦਾ ਹੈ, ਗੁਰੂ ਨਾਨਕ ਦਾ ਆਰਤਾ ਕਰ, ਭਾਵ ਉਹਦੇ ਗੀਤ ਗਾਇਆ ਕਰ, ਤੂੰ ਮੁਕਤ ਹੋ ਜਾਵੇਂਗਾ। ਗੁਰੂ ਨਾਨਕ ਨਾਲੋਂ ਵੱਡਾ ਕੋਈ ਰਹਿਬਰ ਨਹੀਂ ਹੈ। ਜੇ ਬਾਬਾ ਸ਼੍ਰੀ ਚੰਦ ਜੀ ਗੁਰੂ ਦੇ ਹੁਕਮ ਤੋਂ ਬਾਹਰ ਗਏ ਹੁੰਦੇ ਸਿੱਖਾ, ਤੇ ਮੈਨੂੰ ਇਹ ਤੇ ਜਵਾਬ ਦੇ, ਜਿਹਦੇ ਹੁਕਮ ਵਿੱਚ ਉਹ ਚੱਲੇ ਸੀ, ਫਿਰ ਰਚਨਾ ਉਹਦੀ ਵਡਿਆਈ ਵਿੱਚ ਪ੍ਰਗਟ ਕਰਦੇ, ਗੁਰੂ ਨਾਨਕ ਦੀ ਸ਼ਾਨ ਵਿੱਚ ਕਿਉਂ ਉਚਾਰਦੇ ਨੇ ਉਹ ਬੋਲ? ਜਿਤਨੀ ਵੀ ਰਚਨਾ ਹੈ ਬਾਬੇ ਸ਼੍ਰੀ ਚੰਦ ਦੀ ਗੁਰੂ ਨਾਨਕ ਦੀ ਵਡਿਆਈ ਵਿੱਚ ਹੈ। ਰਹੀ ਗੱਲ ਇਸ ਪੰਕਤੀ ਕਰਕੇ ਕੁਤਰਕ ਕਰਨ ਵਾਲਿਆਂ ਦੀ, ਪੁੱਤਰੀ ਕੌਲ ਨਾ ਪਾਲਿਓ, ਕਰ ਪੀਰੋ ਕੰਨ ਮੁਰਟੀਐ, ਦਿਲ ਖੋਟੈ ਆਕੀ ਫਿਰਨ, ਬਨ ਭਾਰ ਉਚਾਇਨ ਛਟੀਐ। ਜਿਨੀ ਆਖੀ ਜਿਨ ਆਖੀ ਸੋਈ ਕਰੈ, ਜਿਨ ਕੀਤੀ ਤਿਨੈ ਥਟੀਐ। ਇਹਦਾ ਭਾਵ ਸਮਝਿਓ। ਕਹਿੰਦੇ ਪੁੱਤ ਆਖੇ ਨਹੀਂ ਲੱਗੇ, ਪੁੱਤਾਂ ਦਾ ਨਾਮ ਨਹੀਂ ਆਇਆ, ਜੇ ਆਇਆ ਤਾਂ ਤੁਸੀਂ ਲੱਭ ਦਿਓ। ਰਹੀ ਗੱਲ ਪੁੱਤਰਾਂ ਦੇ ਨਾਂ ਆਖੇ ਲੱਗਣ ਦੀ, ਦੇਖੋ ਪਰਮ ਈਸ਼ਵਰ ਦਾ ਮਹਾਨ ਤਖਤ ਗੁਰਤਾ ਗੱਦੀ ਗੁਰੂ ਨਾਨਕ, ਇਹ ਇੱਕ ਵੱਖਰਾ ਖੇਲ ਦੁਨੀਆ ਨਾਲੋਂ ਪਾਤਸ਼ਾਹ ਖੇਡਣ ਆਏ। ਇਹ ਖੁਦਾਇਆ ਵੱਲੋਂ ਮੁਕਰਰ ਸੀ। 10 ਜਾਮੇ ਉਹਨਾਂ ਕਿਹੜੇ ਪਹਿਨਣੇ ਨੇ? ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ। ਬਾਬਾ ਸ਼੍ਰੀ ਚੰਦ ਜੀ ਨੂੰ ਤਖਤ ਨਹੀਂ ਦਿੱਤਾ, ਕਿਉਂਕਿ ਦੁਨਿਆਵੀ ਤਖਤ ਨਹੀਂ ਜਿਹੜਾ ਬਾਪ ਤੋਂ ਬਾਅਦ ਲਖਤੇ ਜਿਗਰ ਨੂੰ ਮਿਲੇ। ਬਾਬਾ ਲਹਿਣਾ ਜੀ ਨੂੰ ਸੇਵਾਦਾਰ ਨੂੰ ਤਖਤ ਬਖਸ਼ਿਆ। ਜੇ ਤੁਸੀਂ ਆਖੋ ਕੌਲ ਨਹੀਂ ਪਾਲਿਆ ਤੇ ਤਰਕ ਇਹ ਵੀ ਖੜਾ ਹੋ ਜਾਂਦਾ ਹੈ। ਜਦੋਂ ਗੁਰੂ ਨਾਨਕ ਸਾਹਿਬ ਨੇ ਆਖਿਆ ਮੁਰਦਾ ਖਾਓ, ਬਚਨ ਹੈ ਨਾ, ਹੁਕਮ ਮੰਨਿਆ ਹੋਵੇ ਪ੍ਰਵਾਨ, ਕਹਿੰਦੇ ਮੁਰਦਾ ਖਾਓ। ਬਾਬਾ ਬੁੱਢਾ ਜੀ ਵੀ ਚਲੇ ਗਏ, ਬਾਬਾ ਸ਼੍ਰੀ ਚੰਦ ਵੀ ਚਲੇ ਗਏ, ਸਾਰੇ ਸਾਧੂ ਚਲੇ ਗਏ। ਬਾਬਾ ਸ਼੍ਰੀ ਚੰਦ ਨੂੰ ਪਕੜ ਹੀ ਨਹੀਂ ਸੀ ਦੁਨੀਆ ਦੀ, ਉਪਰਾਮ ਰਹਿੰਦੇ ਸਨ। ਉਹ ਸੰਸਾਰ ਨਾਲੋਂ ਟੁੱਟੇ ਨਿਰੰਕਾਰ ਵਿੱਚ ਜੁੜੇ ਸਨ। ਗੁਰੂ ਨਾਨਕ ਸਾਹਿਬ ਨੇ ਸਨਾਤਨ ਮਤ ਨੂੰ ਸਿੱਖ ਜਗਤ ਨਾਲ ਜੋੜਨ ਲਈ ਉਹਨਾਂ ਦੀ ਡਿਊਟੀ ਲਾਈ ਸੀ। ਜਿਹੜੇ ਸਨਾਤਨ ਮਤ ਵਾਲੇ ਸਤਪੁਰਸ਼ ਭੜਕ ਚੁੱਕੇ ਨੇ, ਉਹਨਾਂ ਨੂੰ ਸਿੱਖੀ ਨਾਲ ਜੋੜੋ। ਉਦਾਸੀਨ ਸੰਪਰਦਾ ਦਾ ਆਗਾਜ਼ ਕੀਤਾ ਸੀ, ਸਾਰੇ ਮੁੜ ਗਏ। ਬਾਬਾ ਲਹਿਣਾ ਜੀ ਖਲੋਤੇ, ਮਹਾਰਾਜ ਕਿਸ ਤਰਫੋਂ ਛਕਾਂ? ਤੇ ਬਾਪੂ ਗੁਰੂ ਨਾਨਕ ਨੇ ਸੀਨੇ ਨਾਲ ਲਾ ਲਿਆ। ਸਿੱਖਾ ਧਿਆਨ ਦੇ, ਜਦੋਂ ਉਹ ਵਸਤਰ ਚੁੱਕਿਆ ਨਾ ਮੁਰਦੇ ਤੋਂ, ਤੇ ਉਕੜਾ ਪ੍ਰਸ਼ਾਦ ਬਣਿਆ ਪਿਆ ਸੀ।
ਤੇ ਬਾਬਾ ਲਹਿਣਾ ਜੀ ਨੂੰ ਸਾਰੇ ਕਹਿੰਦੇ ਤੁਸੀਂ ਮੁਰਦਾ ਖਾ ਲੈਣਾ ਸੀ ਹੁਕਮ ਵਿੱਚ। ਕਹਿੰਦੇ ਗੱਲ ਮੁਰਦਾ ਖਾਣ ਦੀ ਜਾਂ ਕੜਾਹ ਪ੍ਰਸ਼ਾਦ ਛਕਣ ਦੀ ਨਹੀਂ ਹੈ, ਗੱਲ ਖਸਮ ਦਾ ਹੁਕਮ ਵਜਾਉਣ ਦੀ ਹੈ। ਫਿਰ ਪੜ੍ਹਦੇ ਹੋ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਏ ਸੀ। ਹੁਕਮ ਮੰਨਣ ਵਾਲਾ ਪ੍ਰਵਾਨ ਹੁੰਦਾ ਹੈ। ਇੱਕ ਜਮਾਤ ਦੇ ਵਿੱਚ 25-30 ਬੱਚੇ ਹੁੰਦੇ ਨੇ। ਕਈ ਵਾਰ ਕੀ ਹੁੰਦਾ ਹੈ, ਪਾਸ ਸਾਰੇ ਹੋ ਜਾਂਦੇ ਨੇ ਪਰ ਇੱਕ ਦੀ ਪਰਸੈਂਟੇਜ ਪੁਆਇੰਟ ਕਰਕੇ ਵੱਧ ਜਾਂਦੀ ਹੈ। ਮੰਨ ਲਓ ਕਿਸੇ ਦੇ 99% ਆਏ, ਕਿਸੇ ਦੇ 98-97% ਆਏ। ਹੁਣ 99% ਤੇ 5-4 ਬੱਚੇ ਨੇ, ਉੱਥੇ 99.5 99.6 ਪੁਆਇੰਟਾਂ ਦੇ ਪਰਸੈਂਟੇਜ ਮਿਥ ਕੇ ਪੋਜੀਸ਼ਨ ਮੁਕਰਰ ਹੁੰਦੀ ਹੈ ਵੀ ਇਹ ਮੋਨੀਟਰ ਹੈ, ਫਸਟ ਹੈ। ਇਹੋ ਸਮਝ ਲਓ ਖੁਦ ਖੁਦਾ ਗੁਰੂ ਨਾਨਕ ਸਾਹਿਬ ਦੇ ਤਖਤ ਨੂੰ ਮੰਨਣ ਵਾਲੇ ਬਾਬਾ ਲਹਿਣਾ ਜੀ ਪਹਿਲੇ ਨੰਬਰ ਤੇ ਆਏ, ਬਾਕੀ ਪਿੱਛੇ ਸਨ ਪਰ ਫੇਲ ਕੋਈ ਨਹੀਂ ਹੋਇਆ। ਸੋ ਇਹ ਦਾਵਾ ਕਰਨਾ ਛੱਡ ਦਿਓ ਜੀ ਆ ਕੀ ਹੋ ਗਿਆ, ਇਹ ਹੋ ਗਿਆ, ਉਹ ਹੋ ਗਿਆ। ਤੂੰ ਆਪਣੇ ਬਾਪ ਦਾ ਭਾਈ ਕਿੰਨਾ ਕੁ ਹੁਕਮ ਮੰਨਦਾ ਹੈ? ਸਾਡੇ ਬਾਪੂ ਦਾ ਹੁਕਮ ਹੈ ਖੰਡੇ ਦੀ ਪੌਲ ਛਕੋ, ਨਿਤਨੇਮੀ ਹੋ। ਤੂੰ ਆਪ ਨਿਤਨੇਮ ਨਹੀਂ ਕਰਦਾ, ਆਪ ਬਾਣੀ ਨਹੀਂ ਪੜ੍ਹਦਾ ਤੇ ਤਰਕ ਉਸ ਮਹਾਪੁਰਸ਼ ਤੇ ਕਰਦਾ ਹੈ। ਜਾ ਕੇ ਦੇਖ, ਜਦੋਂ 200-250 ਸਾਲ ਸਿੱਖ ਜਗਤ ਜੰਗਲਾਂ ਦੇ ਵਿੱਚ ਖਾਲਸੇ ਦੇ ਰੂਪ ਵਿੱਚ ਵਿਚਰਦਾ ਸੀ, ਮੁਗਲਿਆ ਸਲਤਨਤ ਨਾਲ ਜੰਗਾਂ ਲੜਦਾ ਸੀ, ਜਿੰਨੇ ਵੀ ਗੁਰਧਾਮ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਉਦਾਸੀਨ ਸੰਪਰਦਾਇ ਨੇ ਸਾਂਭੇ ਸਨ। ਜੇ ਇਹਨਾਂ ਨੇ ਮਿਲਾਵਟ ਕਰਨੀ ਹੁੰਦੀ, ਸਨਾਤਨ ਮਤ ਨਾਲ ਸਿੱਖਾਂ ਨੂੰ ਜੋੜਨਾ ਹੁੰਦਾ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗਾਇਤਰੀ ਮੰਤਰ ਵੀ ਲਿਖ ਸਕਦੇ ਸਨ, ਪਰ ਨਹੀਂ। ਉਦਾਸੀਆਂ ਦਾ ਮੁਖੀ ਗੁਰੂ ਨਾਨਕ ਹੈ, ਬਾਬਾ ਸ਼੍ਰੀ ਚੰਦ ਹੈ। ਸਿੱਖ ਜਗਤ ਦੀ ਉਹ ਮਹਾਨ ਫੁਲਵਾੜੀ ਦੇ ਫੁੱਲ ਨੇ ਜਿੱਥੇ ਕਈ ਪ੍ਰਕਾਰ ਦੇ ਰੰਗਾਂ ਦੇ ਰੁੱਖ ਬਗੀਚੇ ਨੇ। ਰੱਬ ਦਾ ਵਾਸਤਾ ਹੀ, ਚਾਹੇ ਤੂੰ ਟਕਸਾਲੀ ਹੈ, ਨਿਹੰਗ ਸਿੰਘ ਹੈ, ਉਦਾਸੀਨ ਹੈ, ਨਿਰਮਲਾ ਹੈ, ਚਾਹੇ ਤੂੰ ਸੇਵਾ ਪੰਥੀ ਹੈ, ਕਾਰ ਸੇਵਾ ਵਾਲਾ ਹੈ, ਜਾਂ ਕਿਸੇ ਦੁਨਿਆਵੀ ਕਾਲਜ ਵਿੱਚ ਪੜ੍ਹਿਆ ਹੈ, ਕਿਸ ਪ੍ਰਕਾਰ ਦਾ ਤੇਰਾ ਲਿਬਾਸ ਹੈ, ਬਾਣਾ ਹੈ, ਤੇਰੀ ਪਗੜੀ ਹੈ, ਤੇਰਾ ਦਸਤਾਰਾ ਹੈ, ਤੇਰਾ ਰੰਗ ਰੂਪ ਕੋਈ ਵੀ ਹੋਵੇ, ਤੂੰ ਗੁਰੂ ਨਾਨਕ ਦੇ ਬਗੀਚੇ ਦਾ ਫੁੱਲ ਹੈ। ਜੇ ਜਪਜੀ ਤੇ ਜਾਪ ਪੜ੍ਹਦਾ ਹੈ ਤੇ ਰੱਬ ਦਾ ਵਾਸਤਾ ਜੇ ਐਵੇਂ ਫਲ ਫੁੱਲ ਤੋੜ ਕੇ ਨਾ ਸੁੱਟੀ ਜਾਓ, ਸੰਕੀਰਣ ਨਾ ਕਰੋ ਗੁਰੂ ਨਾਨਕ ਦੇ ਧਰਮ ਨੂੰ। ਗੁਰੂ ਨਾਨਕ ਦੇ ਧਰਮ ਵਰਗਾ ਕੋਈ ਦੁਨੀਆ ਵਿੱਚ ਧਰਮ ਨਹੀਂ। ਕਿਤੇ ਜਾ ਕੇ ਵੇਖਿਓ, ਕਾਬਲ ਕੰਧਾਰ ਵਿੱਚ ਵੀ ਬਾਬਾ ਸ਼੍ਰੀ ਚੰਦ ਦੀਆਂ ਧਰਮਸ਼ਾਲਾਵਾਂ ਬਣੀਆਂ ਨੇ। ਕਦੇ ਸੁਣਿਓ ਦੁਨੀਆ ਦੇ ਮਹਾਨ ਕਥਾਵਾਚਕ ਗਿਆਨੀ ਮਾਨ ਸਿੰਘ ਝੌਰ ਨੂੰ, ਗਿਆਨੀ ਸੰਤ ਸਿੰਘ ਮਸਕੀਨ ਹੁਣਾਂ ਨੂੰ, ਜਿਨ੍ਹਾਂ ਦਿਦਾਰੇ ਕੀਤੇ ਨੇ ਉਹਨਾਂ ਧਰਮਸ਼ਾਲਾਵਾਂ ਦੇ। 80% ਸਿੱਖ ਕੇਸਾਧਾਰੀ ਉਸ ਇਲਾਕੇ ਦੇ ਨਾਨਕ ਪੰਥੀ ਬਾਬਾ ਸ਼੍ਰੀ ਚੰਦ ਦੇ ਪ੍ਰਚਾਰ ਨਾਲ ਬਣੇ। ਸੋ ਗੁਰੂ ਕੀ ਕੁੱਲ ਦਾ ਅਦਬ ਹੈ, ਅਦਬ ਰਵੇਗਾ। ਇੱਕ ਬਚਨ ਕਹਿ ਕੇ ਸਮਾਪਤੀ ਕਰਾਂ। 4 ਵਰਨ 4 ਆਸ਼ਰਮ ਹੈ, ਕੋਈ ਮਿਲੇ ਗੁਰੂ ਨਾਨਕ, ਸੋ ਆਪ ਤਰੇ ਕੁਲ ਸਗਲ ਤਰਾਦੋ। ਗੁਰੂ ਨਾਨਕ ਦਾ ਦਾਇਰਾ ਵੱਡਾ ਹੈ। ਤੇਰਾ ਧਰਮ ਕਿਹੜਾ ਹੈ? ਤੂੰ ਹਿੰਦੂ, ਸਿੱਖ, ਮੁਸਲਮਾਨ, ਈਸਾਈ ਹੈ, ਤੂੰ ਯਹੂਦੀ ਹੈ, ਤੇਰਾ ਵਰਣ ਕੀ ਹੈ, ਤੇਰੀ ਜਾਤ ਕੀ ਹੈ, ਬ੍ਰਾਹਮਣ ਹੈ, ਵੈਸ਼ ਹੈ, ਸ਼ੂਦਰ ਹੈ, ਕੋਈ ਵੀ ਹੈ, ਮੇਰੇ ਬਾਪੂ ਨਾਨਕ ਦੀ ਐਸੀ ਅਜ਼ਮਤ ਹੈ। ਤੂੰ ਉਦਾਸੀ, ਨਿਰਮਲਾ, ਟਕਸਾਲੀ, ਨਿਹੰਗ ਸਿੰਘ ਕੋਈ ਵੀ ਹੋਵੇ, ਜਿਹੜਾ ਵੀ ਸ਼ਰਨ ਆਇਆ ਸੋ ਆਪ ਤਰੈ ਕੁਲ ਸਗਲ ਤਰਾਦੋ, ਉਹੀ ਮੁਕਤ ਹੋਵੇਗਾ। ਕਿਸੇ ਵੀ ਬਗੀਚੇ ਵਿੱਚ ਜਿਹੜੇ ਰੁੱਖਾਂ ਨੂੰ ਫਲ ਫੁੱਲ ਲੱਗਦੇ ਨੇ ਨਾ, ਉਹ ਇੱਕ ਜੈਸੇ ਨਹੀਂ ਹੁੰਦੇ। ਕਈ ਵਾਰ ਇੱਕੇ ਰੁੱਖ ਦੇ ਫਲ ਦਾ ਰੰਗ ਹੋਰ ਹੁੰਦਾ ਹੈ, ਇੱਕ ਦਾ ਪੱਕਾ ਹੁੰਦਾ ਹੈ, ਸਾਈਜ਼ ਹੋਰ ਹੁੰਦਾ ਹੈ, ਕੋਈ ਖੱਟਾ ਹੈ, ਕੋਈ ਮਿੱਠਾ ਹੈ, ਕੋਈ ਪੀਲਾ ਹੈ, ਕੋਈ ਹਰਿਆ ਹੈ। ਅਸੀਂ ਸਾਰੇ ਗੁਰੂ ਨਾਨਕ ਦੀ ਫੁਲਵਾੜੀ ਦੇ ਫੁੱਲਾਂ ਰਲ ਮਿਲ ਕਰਕੇ ਬੈਠੀਏ। ਸਿੱਖ ਜਗਤ ਦੀ ਜਿਹੜੀ ਫੁਲਵਾੜੀ ਹੈ ਤਾਂ ਹੀ ਪ੍ਰਫੁੱਲਤ ਰਵੇਗੀ। ਗੁਰੂ ਨਾਨਕ ਨਾਲੋਂ ਵੱਡਾ ਕੋਈ ਨਹੀਂ ਹੈ। ਸਾਡੀਆਂ ਸਭ ਸੰਪਰਦਾਵਾਂ, ਸਾਰੀਆਂ ਸਿੱਖ ਜਥੇਬੰਦੀਆਂ, ਇਉਂ ਸਮਝ ਲਓ ਸਾਡੀ ਜੜ ਗੁਰੂ ਨਾਨਕ ਹੈ। ਅਸੀਂ ਵੱਖ-ਵੱਖ ਤਰ੍ਹਾਂ ਦੇ ਫਲ ਫੁੱਲ ਹਾਂ। ਸੰਕੀਰਣ ਨਾ ਕਰੋ ਸਿੱਖੀ ਨੂੰ, ਟੈਚੀ 'ਚ ਨਾ ਬੰਦ ਕਰੋ ਗੁਰੂ ਗ੍ਰੰਥ ਸਾਹਿਬ ਨੂੰ। ਹਰ ਦੇਸ਼ ਵਿਦੇਸ਼ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰੀਏ। ਉਦਾਸੀਨ ਸੰਪਰਦਾਇ ਨੇ ਵੀ ਕੀਤਾ ਹੈ। ਇਹ ਸਿੱਖ ਜਗਤ ਦਾ ਅਨਿਖੜਵਾਂ ਅੰਗ ਹੈ। ਦਾਸ ਇੱਥੇ ਹੀ ਆਪਣੀ ਵਿਚਾਰ ਨੂੰ ਸੰਕੋਚਦਾ ਹੈ। ਖੰਡੇ ਦੀ ਪੌਲ ਛਕੋ, ਗੁਰੂ ਵਾਲੇ ਬਣੋ। ਇਸ ਪਾਵਨ ਅਸਥਾਨ ਦੇ ਉੱਪਰ ਬਾਬਾ ਬੁੱਢਾ ਜੀ ਵਾਲੀ ਡਿਊਟੀ ਨਿਭਾਉਣ ਵਾਲੇ ਗੁਰੂ ਘਰ ਦੇ ਵਜ਼ੀਰ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੁਣਾਂ ਦਾ ਧੰਨਵਾਦ।
ਸਮੂਹ ਗੁਰੂ ਕੇ ਸੇਵਾਦਾਰ ਵਜ਼ੀਰਾਂ ਦਾ ਧੰਨਵਾਦ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ ਦਾ ਧੰਨਵਾਦ। ਆਓ ਦੋ ਪੰਕਤੀਆਂ ਪੜ੍ਹ ਕੇ ਫਤਿਹ ਗਜਾਈਏ ਜੀ। ਕਹਿ ਰਵਿਦਾਸ ਭਗਤ ਇੱਕ ਬਾਡੇ, ਆਵੇ ਵਿਕਾਸ ਕਹੀਆ, ਜਾ ਕਾਰਨ ਹਮ ਤੁਮ ਆਰਾਧੇ, ਸੋ ਦੁਖ ਅਜੁ ਸਹੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।